ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਅੱਜ ਚੰਡੀਗੜ੍ਹ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ, ਜਿੱਥੇ ਹਰਿਆਣਾ ਦੇ ਬਜਟ ਤੇ ਚਰਚਾ ਕੀਤੀ ਗਈ। ਉਹਨਾਂ ਕਿਹਾ ਕਿ ਡਾਡਮ ਖਨਨ ਵਿੱਚ ਹੋਈ ਦੁਰਘਟਨਾਵਾਂ ਵਿੱਚ 5 ਲੋਕਾਂ ਦੀ ਮੌਤ ਹੋਈ ਸੀ ਤੇ 2 ਜ਼ਖਮੀ ਹੋਏ ਸਨ। ਇਸ ਦੀ ਜਾਂਚ ਲਈ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਤੇ ਰਿਪੋਰਟ ਵਿੱਚ ਜੋ ਤੱਥ ਨਿਕਲ ਕੇ ਸਾਹਮਣੇ ਆਉਣਗੇ ਉਸੇ ਦੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ 2013 ਵਿੱਚ ਮਾਈਨਿੰਗ ਦਾ ਠੇਕਾ 115 ਕਰੋੜ ਵਿੱਚ ਹੋਇਆ ਸੀ ਤੇ ਉਸ ਨੂੰ ਸਰਕਾਰ ਵਾਪਸ ਲੈ ਰਹੀ है। आज बजट सत्र का एक प्रकार से डिस्कशन का ये पहला दिन था। बजट पेश होने के बाद जैसे पहली बार एक व्यवस्था बनाई गई कि कुछ एडहॉक कमेटीज बनाई गई थी विधायकों को लेकर, अलग अलग विषयों पर 8 कमेटियां बनाई थी। क्वेश्चन आवर्स के बाद 8 कमेटी ने अपनी रिपोर्ट प्रस्तुत की और उसके बाद बजट पर उसके बाद कॉलिंग मोशन और बजट पर डिस्कशन। आज के विषयों में मुख्य रूप से जो कॉलिंग अटेंशन मोशन था उसी पर ज़्यादा लंबी चर्चा हुई है। उस संबंध में ज़रूर आप लोगों की भी इच्छा होगी जानने की। मैं उसमें स्पष्ट करता हूँ कि ये जो डाडम माइनिंग है, तो भिवानी जिले में डाडम माइनिंग में जनवरी में एक एक्सीडेंट हुआ और उसमें ਕਾਂਗਰਸ ਪਾਰਟੀ ਤੋਂ ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਖਹਿਰਾ ਅੱਜ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਦੇ ਘਰ ਦੁੱਖ ਸਾਂਝਾ ਕਰਨ ਪਹੁੰਚੇ। ਉਹਨਾਂ ਕਿਹਾ ਕਿ ਸਰਕਾਰ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰੇ। ਸੁਖਪਾਲ ਖਹਿਰਾ ਨੇ ਕਿਹਾ ਕਿ ਉਹ ਇਸ ਕਤਲ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਨ। ਸੁਖਪਾਲ ਖਹਿਰਾ ਨੇ ਕਿਹਾ ਕਿ ਸੰਦੀਪ ਦੇ ਜਾਣ ਨਾਲ ਕਬੱਡੀ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਕਬੱਡੀ ਪਲੇਅਰ ਸੰਦੀਪ ਨੰਗਲ ਅੰਬੀਆਂ ਦਾ ਕਤਲ ਬ੍ਰੌਡ ਡੇ ਲਾਈਟ ਮਰਡਰ 6:30 ਵਜੇ ਜਦੋਂ ਪੂਰਾ ਦਿਨ ਹੁੰਦਾ ਵਾ, 4 ਵਿਅਕਤੀਆਂ ਨੇ ਆਣ ਕੇ ਗੋਲੀਆਂ ਮਾਰ ਕੇ ਇੱਕ ਨਿਹੱਥੇ ਵਿਅਕਤੀ ਨੂੰ, ਇੱਕ ਅਨਾਰਮਡ ਬੰਦੇ ਨੂੰ ਜਿਹੜਾ ਕਤਲ ਕੀਤਾ ਵਾ, ਇਹ ਆਈ ਵੁੱਡ ਟਰਮ ਦਿਸ ਐਜ਼ ਅ ਡਾਸਟਰਡਲੀ ਮਰਡਰ। ਇਟਸ ਅ ਬਰੂਟਲ ਕਿਲਿੰਗ। ਤੁਸੀਂ ਕਿਸੇ ਨੂੰ ਇਹ ਕਿਸੇ ਦੇ ਪਿੱਠ ਵਿੱਚ ਜਾ ਕੇ ਛੁਰਾ ਮਾਰਨ ਦੇ ਬਰਾਬਰ ਹੈ। ਤੁਸੀਂ ਵਾਰਨ ਕਰੋ, ਸਾਹਮਣੇ ਆਓ। ਪਲੇਅਰਸ ਆ, ਅਗਰ ਉਹ ਕਬੱਡੀ ਦਾ ਤੁਸੀਂ ਵੀ ਪਲੇਅਰ ਹੋਵੋਗੇ ਜਾਂ ਵਾਟਐਵਰ ਹਿਊਮਨ ਬੀਇੰਗਸ, ਉਹਨਾਂ ਲੜ ਕੇ ਦੇਖ ਲਓ ਨਾ, ਬੈਟਰ ਹੈ। ਔਰ ਕਿੱਡੀ ਕੁ ਰੰਜਿਸ਼, ਕਿੱਡੀ ਕੁ ਦੁਸ਼ਮਣੀ ਹੈ ਇਸ ਲੈਵਲ ਤੱਕ ਜਾਣਾ ਕਿ ਇੱਕ ਆਦਮੀ ਦੀ ਬੋਡੀ ਛਲਣੀ ਕਰ ਦੇਣੀ 18 ਗੋਲੀਆਂ ਮਾਰ ਕੇ। ਬਹੁਤ ਦੁਖਦਾਈ ਅਫਸੋਸ। ਇਹਨਾਂ ਦਾ ਤਾਂ ਲਾਸ ਹੈਗਾ ਹੀ ਆ ਪਰਿਵਾਰ ਦਾ, ਸੰਧੂ ਪਰਿਵਾਰ ਦਾ। ਪਰ ਇਹ ਦੇਖੋ ਕਿ ਕਬੱਡੀ ਜਗਤ ਕਿੱਡਾ ਵੱਡਾ ਵਾ, ਉਹਨਾਂ ਦੇ ਕੀ ਵਾਪਰਿਆ। ਔਰ ਮੈਨੂੰ ਇਹ ਚੱਠਾ ਸਾਹਿਬ ਆਏ ਨੇ ਯੂਕੇ ਤੋਂ, ਬੈਠੇ ਨੇ, ਜਿਹੜੇ ਕਿ ਇਹਨਾਂ ਦੇ ਕੁਲੀਗ ਸੀਗੇ ਢੰਡੋਵਾਲ ਪਿੰਡ ਤੋਂ, ਯੂਕੇ ਰਹਿੰਦੇ ਨੇ। ਉਹਨਾਂ ਨੇ ਦੱਸਿਆ ਕਿ ਇਸ ਦਾ ਆਪਣੀ ਇੱਕ ਮੇਜਰ ਲੀਗ ਚਲਾ ਰਿਹਾ ਸੀ ਸੰਦੀਪ, ਆਪਣਾ ਨੰਗਲ ਅੰਬੀਆ ਪਲੇਅਰ। ਔਰ ਸੰਦੀਪ ਨੇ ਕਾਫੀ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੋਇਆ ਸੀ। ਮਤਲਬ ਉਹ ਫੇਅਰ ਪਲੇ 'ਚ ਬਿਲੀਵ ਕਰਦਾ ਸੀਗਾ। ਜਿੰਨੇ ਪਲੇਅਰਸ ਉਹਦੇ ਲਈ ਖੇਡਦੇ ਸੀ ਮੇਜਰ ਲੀਗ ਉਹਦੇ ਕਲੱਬ ਵਾਸਤੇ, ਉਹਨਾਂ ਸਾਰਿਆਂ ਨੂੰ ਬੜਾ ਇੱਕ ਰੋਟੀ ਦਾ, ਰੁਜ਼ਗਾਰ ਦਾ ਸਾਧਨ ਦਿੱਤਾ ਹੋਇਆ ਸੀਗਾ। ਨਾਲੇ ਸਪੋਰਟਸ ਪ੍ਰਮੋਟ ਕਰਦਾ ਸੀ, ਨਾਲੇ ਇੰਪਲੋਇਮੈਂਟ ਜਨਰੇਟ ਕਰਦਾ ਸੀ, ਤੇ ਨਾਲੇ ਲੋਕਾਂ ਨੂੰ ਮਾੜੀਆਂ ਹਰਕਤਾਂ ਤੋਂ ਹਟਾ ਕੇ ਚੰਗੇ ਪਾਸੇ ਲਾਉਣ ਦਾ ਕੰਮ ਕੀਤਾ ਸੀਗਾ। ਔਰ ਬੜੀ ਤਾਰੀਫ ਕੀਤੀ ਸਾਰੇ ਜਿੰਨੇ ਲੋਕ ਇੱਥੇ ਬੈਠੇ ਨੇ, ਜਾਂ ਤੁਸੀਂ ਸੋਸ਼ਲ ਮੀਡੀਆ 'ਤੇ ਉਹਦੇ ਬਾਰੇ ਪੜ੍ਹਿਆ। 2 ਛੋਟੇ ਬੱਚੇ ਨੇ, ਬੜਾ ਅਨਿਆਏ ਹੋਇਆ ਵਾ। ਇੱਕ ਆਦਮੀ ਦੀ ਤੁਸੀਂ ਜ਼ਿੰਦਗੀ ਇਸ ਤਰ੍ਹਾਂ ਕੱਟ ਦਿੱਤੀ ਆ। ਸੋ ਮੇਰਾ ਅਰਦਾਸਾਂ, ਸਾਡੀ ਹਮਦਰਦੀ 100% ਇਹਨਾਂ ਦੇ ਨਾਲ ਆ, ਅਤੇ ਸਮੂਹ ਕਬੱਡੀ ਜਗਤ ਦੇ ਨਾਲ ਆ। ਸਾਡੇ ਆਪਣੇ ਹਲਕੇ 'ਚ ਅੱਜ ਲੱਖਣ ਕੇ ਵੱਡੇ ਟੂਰਨਾਮੈਂਟ ਸੀਗਾ, ਅਸੀਂ ਸਾਰਾ ਉਹ ਕੈਂਸਲ ਕਰਤਾ ਕਿਉਂਕਿ ਇਹ ਹੁਣ ਸਮਾਂ ਨਹੀਂਗਾ ਟੂਰਨਾਮੈਂਟ ਕਰਨ ਦਾ। ਕੁਛ ਦਿਨ ਸੋਗ ਕਰਨ ਦਾ ਸਮਾਂ ਹੈ ਉਹਦੇ ਯਾਦ ਵਿੱਚ। ਦੂਸਰਾ, ਮੇਰੀ ਅੱਜ ਸਵੇਰੇ SSP ਸਤਿੰਦਰ ਸਿੰਘ, ਜਿਹੜੇ ਜਲੰਧਰ ਦਿਹਾਤੀ ਦੇ SSP ਨੇ, ਉਹਨਾਂ ਨਾਲ ਗੱਲ ਹੋਈ ਸੀਗੀ। ਮੈਂ ਕੋਸ਼ਿਸ਼ ਕੀਤੀ, ਉਹਨਾਂ ਨੂੰ ਪੁੱਛਿਆ ਕਿ ਕੀ ਸਟੇਟਸ ਹੈ, ਕੁਝ ਪਤਾ ਲੱਗ ਸਕ ਰਿਹਾ। ਸਤਿੰਦਰ ਫੋਰਚੂਨੇਟਲੀ ਅੱਛੇ ਪੁਲਿਸ ਆਫਸਰਸ ਵਿੱਚੋਂ ਆ। ਉਹਨਾਂ ਨੇ ਕਪੂਰਥਲੇ ਬਤੌਰ SSP 3-4 ਸਾਲ ਸੇਵਾ ਕੀਤੀ ਹੈ। ਆਈ ਹੈਵ ਲੋਟ ਆਫ ਫੇਥ ਇਨ ਹਿਮ। ਉਹਨਾਂ ਨੇ ਕਿਹਾ ਕਿ ਅਸੀਂ ਵਿਦਿਨ 24 ਆਵਰਸ ਵੀ ਵਿਲ ਕ੍ਰੈਕ ਦ ਕੇਸ ਐਂਡ ਵੀ ਵਿਲ ਲੈਟ ਯੂ ਨੋ ਕਿ ਕੌਣ ਲੋਕ ਨੇ ਤੇ ਕਿਹੜੇ ਲੋਕ ਨੇ। ਅਸੀਂ ਕਾਫੀ ਤਹਿਕੀਕਾਤ ਕੀਤੀ ਹੋਈ ਆ। ਕੁਝ ਗੱਲਾਂ ਤਹਿਕੀਕਾਤ ਪੁਲਿਸ ਚਾਹੁੰਦੀ ਕਿ ਨਾਮ ਹੀ ਦੱਸੀਆਂ ਜਾਣ। ਸੋ ਸਾਨੂੰ ਉਮੀਦ ਹੈ ਕਿ ਪੁਲਿਸ ਇਹਦੇ 'ਚ ਫੇਅਰ ਪਲੇ ਕਰੇਗੀ ਔਰ ਕਲਪ੍ਰਿਟਸ ਨੂੰ ਬਿਨਾਂ ਕਿਸੇ ਦੇਰੀ ਤੋਂ ਅਰੈਸਟ ਕਰੇਗੀ। ਔਰ ਐਗਜ਼ੈਂਪਲਰੀ ਪਨਿਸ਼ਮੈਂਟ, ਐਗਜ਼ੈਂਪਲਰੀ ਮੀਨਸ ਕਿ ਗਾਂ ਨੂੰ ਕੋਈ ਹੋਰ ਇੱਦਾਂ ਦੀ ਹਰਕਤ ਨਾ ਕਰੇ, ਕੋਈ ਇੱਦਾਂ ਦਾ ਹਿੰਮਤ ਨਾ ਭਰੇ ਕਿ ਮੈਂ ਦਿਨੇ ਜਾ ਕੇ ਪੰਜਾਬ ਵਰਗੀ ਧਰਤੀ 'ਤੇ ਜਿੱਥੇ ਟੂਰਨਾਮੈਂਟ ਹੋ ਰਹੇ ਨੇ ਉੱਥੇ ਤੁਸੀਂ ਕਤਲ ਵਗਾਰਤ ਨਾ ਕਰੇ। ਕੋਈ ਇੱਦਾਂ ਦੀ ਸਜ਼ਾ ਅਸੀਂ ਉਮੀਦ ਕਰਦੇ ਹਾਂ। ਲੁਧਿਆਣਾ ਪੰਚਮ ਤੋਂ ਵਿਧਾਇਕ ਸ਼੍ਰੀ ਗੁਰਪ੍ਰੀਤ ਬਸੀ ਗੋਗੀ ਨੇ ਸਥਾਨਕ ਸਰਕਟ ਹਾਊਸ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਹਨਾਂ ਕਿਹਾ ਕਿ ਜਿਨ੍ਹਾਂ ਦੇ ਬਿਜਲੀ ਕਨੈਕਸ਼ਨ ਕੱਟ ਦਿੱਤੇ ਹਨ ਉਹਨਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ।
ਵਿਧਾਇਕ ਗੋਗੀ ਨੇ ਕਿਹਾ ਕਿ ਜਨਤਾ ਨੇ ਸਤਿਕਾਰ ਨਾਲ ਆਪ ਦੀ ਸਰਕਾਰ ਬਣਾਈ ਹੈ ਤੇ ਉਹ ਉਹਨਾਂ ਦਾ ਮਾਣ ਨਹੀਂ ਤੋੜਨਗੇ ਤੇ ਸਾਰੇ ਕੰਮ ਪਹਿਲ ਦੇ ਆਧਾਰ ਤੇ ਕਰਨਗੇ। ਇਹ ਮੀਟਿੰਗ ਦੇ ਵਿੱਚ ਜੋ ਕਨੈਕਸ਼ਨ ਕੱਟਦੇ ਸੀਗੇ, ਜਿਨ੍ਹਾਂ ਲੋਕਾਂ ਨੇ ਬਿੱਲ ਨਹੀਂ ਸੀ ਜਮ੍ਹਾਂ ਕਰਾਏ, ਉਹਦੇ ਲਈ ਚੀਫ ਸਾਹਿਬ ਤੇ ਐਸਸੀ ਸਾਹਿਬ ਤੇ ਨਾਲ ਸਾਰਾ ਪੀਐਸਪੀਸੀਐਲ ਦਾ ਸਟਾਫ ਆਇਆ ਇੱਥੇ ਸਰਕਟ ਹਾਊਸ 'ਚ ਅਸੀਂ ਮੀਟਿੰਗ ਕੀਤੀ ਆ, ਜਿਸ 'ਚ ਹਦਾਇਤਾਂ ਦਿੱਤੀਆਂ ਗਈਆਂ ਨੇ ਵੀ ਤੁਸੀਂ ਇਹਨਾਂ ਨੂੰ ਪਹਿਲਾਂ ਇਮੀਡੀਏਟ ਰਿਲੀਫ ਦਿਓ, ਇਹਨਾਂ ਨੂੰ ਰੀਇਨਸਟੇਟ ਕਰੋ, ਕਨੈਕਸ਼ਨ ਜੋੜੋ, ਔਰ ਉਹਨਾਂ ਨੂੰ ਟਾਈਮ ਦਿੱਤਾ ਗਿਆ ਤਾਂ ਕਿ ਉਹ ਟਾਈਮ ਦੇ ਵਿੱਚ ਉਹ ਆਪਣੇ ਬਿੱਲ ਜਮ੍ਹਾਂ ਕਰਾ ਦੇਣ, ਔਰ ਜਿਹੜੇ ਕੁਝ ਪੂਰੇ ਨਹੀਂ ਕਰਾ, ਜਿਹੜੇ ਅਵਲ ਤਾਂ ਪੂਰੇ ਕਰਾਉਣ, ਅਗਰ ਪੂਰੇ ਨਹੀਂ ਕਰਾ ਸਕਦੇ ਤਾਂ ਉਹਨਾਂ ਦੀਆਂ ਇੰਸਟਾਲਮੈਂਟਸ ਵੀ ਕਰਾਵਾਂਗੇ ਤਾਂ ਕਿ ਪੂਰਾ ਵਜਨ ਇੱਕੋ ਦਮ ਬੋਝ ਤੇ ਨਾ ਪਵੇ ਲੋਕਾਂ ਦੀਆਂ ਜੇਬਾਂ ਦੇ ਉੱਤੇ। ਉਹਨਾਂ ਦੇ ਇੰਸਟਾਲਮੈਂਟਸ ਦੇ ਥਰੂ ਉਹਨਾਂ ਦਾ ਜੋ ਵੀ ਬਣਦੇ ਬਿੱਲ ਆ ਬਕਾਇਆ ਉਹ ਦਿੱਤੇ ਜਾਣਗੇ। ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਵੱਲੋਂ ਪੰਜਾਬ ਵਿੱਚ ਕਰਵਾਏ ਜਾਣ ਵਾਲੇ ਕਬੱਡੀ ਟੂਰਨਾਮੈਂਟਾਂ ਨੂੰ ਇੱਕ ਹਫ਼ਤੇ ਲਈ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਜਾਣਕਾਰੀ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਜਨ ਸਿੰਘ ਚੱਠਾ ਨੇ ਦਿੰਦੇ ਹੋਏ ਦੱਸਿਆ ਕਿ ਇਹ ਫੈਸਲਾ ਕਬੱਡੀ ਦੇ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਹੋਈ ਬੇਵਕਤੀ ਮੌਤ ਦੇ ਕਰਕੇ ਕੀਤਾ ਗਿਆ ਹੈ ਤੇ ਇਸ ਮੌਕੇ ਤੇ ਉਹਨਾਂ ਨੇ ਸੰਦੀਪ ਨੰਗਲ ਅੰਬੀਆਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਤੇ ਇਸ ਦੀ ਮੌਤ ਨਾਲ ਕਬੱਡੀ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਵੀ ਦੱਸਿਆ ਤੇ ਇਸ ਦੀ ਮੌਤ ਦੀ ਜਾਂਚ ਕਰਵਾਉਣ ਦਾ ਵੀ ਫੈਸਲਾ ਕੀਤਾ ਗਿਆ ਹੈ। ਨਾ ਸੁਰਿੰਦਰ ਸਿੰਘ ਮਾਨਕ, ਹਾਂਜੀ, ਤਾਂ ਸਾਡੇ ਅੰਕਲ ਬੈਠੇ ਨੇ ਸੁਰਜਨ ਸਿੰਘ ਚੱਠਾ, ਰਿਸ਼ਪਾਲ ਸਿੰਘ ਅਠਵਾਲ, ਹਾਂਜੀ, ਤਾਂ ਬਹਾਦਰ ਸਿੰਘ ਸ਼ੇਰਗਿੱਲ, ਪਿਆਰਾ ਸਿੰਘ ਰੰਧਾਵਾ, ਇਹ ਅਸੀਂ ਤਿੰਨੇ ਚਾਰੇ ਜਣੇ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਵੱਲੋਂ ਇੱਥੇ ਅੱਜ ਇਕੱਠੇ ਹੋਏ ਆ। ਅੰਕਲ ਨੂੰ ਤੁਸੀਂ ਜਾਣਦੇ ਹੋ ਸਾਰੇ, ਇਹ ਨਾਰਥ ਇੰਡੀਆ ਫੈਡਰੇਸ਼ਨ ਦੀ ਜਿਹੜੀ ਫੈਡਰੇਸ਼ਨ ਉਹਦੇ ਲੀਡਰ ਨੇ। ਤਾਂ ਬੇਸਿਕਲੀ ਆ ਸਾਡੇ ਇਕੱਠੇ ਹੋਣ ਦਾ ਮਕਸਦ ਸਿਰਫ ਇਹੀ ਸੀਗਾ ਕਿ ਜੋ ਕੱਲ੍ਹ ਸੰਦੀਪ ਸਿੰਘ ਨੰਗਲ ਅੰਬੀਆਂ ਦੇ ਨਾਲ ਹਾਦਸਾ ਵਰਤਿਆ, ਅਸੀਂ ਉਸ ਦੇ ਬਾਰੇ ਆਪਣਾ ਦੁੱਖ ਪ੍ਰਗਟ ਕਰਨ ਆਏ ਆ, ਔਰ ਦੂਜਾ ਇਹ ਦੱਸਣ ਆਏ ਆ ਕਿ ਜਿਹੜੀ ਕਬੱਡੀ ਦੁਨੀਆ ਆ ਉਹ ਸਾਰੀ ਇਕੱਠੀ ਆ, ਤਾਂ ਇਕਮੁੱਠ ਹੋ ਕੇ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਹਾਂ ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਗਾਹਾਂ ਵਾਸਤੇ ਵੀ ਇਕਮੁੱਠ ਹੋ ਕੇ ਜੇ ਉਹ ਵੀ ਆਪਣੇ ਪਰਸਨਲ ਮਾੜੇ ਮੋਟੇ ਇਸ਼ੂ ਹਨ ਉਹ ਰਿਜ਼ੋਲਵ ਕਰਕੇ ਆਪਸ ਵਿੱਚ ਬਹਿ ਕੇ ਅਸੀਂ ਗਾਹਾਂ ਇਕੱਠੇ ਤੁਰ ਕੇ ਕਬੱਡੀ ਦਾ ਸੁਧਾਰ ਕਰੀਏ। ਪਰ ਮੇਨ ਗੱਲ ਅਸੀਂ ਇਹ ਕਹਿਣੀ ਚਾਹੁੰਦੇ ਹਾਂ ਕਿ ਜੋ ਕੱਲ੍ਹ ਹੋਇਆ ਬਹੁਤ ਮਾੜਾ ਹੋਇਆ, ਪਰ ਇਹਦੇ ਨਾਲ ਕਬੱਡੀ ਜਿਹੜੀ ਆ ਕਬੱਡੀ ਖਤਮ ਨਹੀਂ ਹੋਣੀ ਚਾਹੀਦੀ। ਜੇਕਰ ਕਬੱਡੀ ਖਤਮ ਹੋ ਜਾਂਦੀ ਆ ਤਾਂ ਜਿਹੜੇ ਉਹ ਗੈਂਗਸਟਰ ਆ ਉਹਨਾਂ ਦੀ ਜਿੱਤ ਹੋ ਜਾਂਦੀ ਆ। ਆਪਾਂ ਨੂੰ ਕਬੱਡੀ ਦੀ ਜਿੱਤ ਕਰਨੀ ਚਾਹੀਦੀ ਆ, ਕਿਸੇ ਇੰਡੀਵਿਜੂਅਲ ਬੰਦੇ ਦੀ ਜਿੱਤ ਨਹੀਂ ਕਰਨੀ ਚਾਹੀਦੀ। ਇਸ ਗੱਲ ਨੂੰ ਮੁੱਖ ਰੱਖਦੇ ਹੋਏ ਜੋ ਵੀ ਅਸੀਂ ਕਰਾਂਗੇ, ਅਸੀਂ ਕਬੱਡੀ ਦੇ ਸੁਧਾਰ ਵਾਸਤੇ ਕਰਾਂਗੇ ਔਰ ਕਬੱਡੀ ਨੂੰ ਪ੍ਰਮੋਟ ਕਰਨ ਵਾਸਤੇ ਕਰਾਂਗੇ। ਜੋ ਵੀ ਕਬੱਡੀ ਵਿੱਚ ਕੋਈ ਮਾੜੇ ਮੋਟੇ ਗਲਤੀਆਂ ਹਨ ਉਹਨਾਂ ਨੂੰ ਸੁਧਾਰਨ ਦੇ ਵਾਸਤੇ, ਉਹਨਾਂ ਨੂੰ ਕਲੀਅਰ ਕਰਨ ਦਾ ਅਸੀਂ ਆਪ ਵੀ ਕੋਸ਼ਿਸ਼ ਕਰਾਂਗੇ। ਪਰ ਸਾਡੇ ਕੋਲ ਇੰਡੀਆ 'ਚ ਕੋਈ ਪਾਵਰ ਨਹੀਂ, ਅਸੀਂ ਇੰਗਲੈਂਡ ਬੇਸਡ ਆ, ਪਰ ਜੋ ਵੀ ਇੰਡੀਆ ਦੀ ਸਰਕਾਰ ਆ, ਇੱਥੇ ਦੀ ਲੀਡਰ ਆ, ਜੋ ਲੋ ਇਨਫੋਰਸਮੈਂਟ ਏਜੰਸੀਆਂ ਹਨ, ਅਸੀਂ ਉਹਨਾਂ 'ਤੇ ਵੀ ਪ੍ਰੈਸ਼ਰ ਪਾਵਾਂਗੇ ਕਿ ਉਹ ਇਸ ਚੀਜ਼ ਨੂੰ ਸੁਧਾਰਨ, ਕਬੱਡੀ ਨੂੰ ਸਾਫ਼ ਕਰਨ ਔਰ ਸਾਡੇ ਪਲੇਅਰਾਂ ਅਤੇ ਪ੍ਰਮੋਟਰਾਂ ਦੇ ਸਪੋਰਟਰਾਂ ਦੀ ਪ੍ਰੋਟੈਕਸ਼ਨ ਵਾਸਤੇ ਜੋ ਵੀ ਉਹਨਾਂ ਨੂੰ ਕਾਰਵਾਈ ਕਰਨੀ ਪੈਂਦੀ ਆ ਉਹ ਕਰਨ, ਉਹ ਵੀ ਔਨ ਅਰਜੈਂਟ ਬੇਸਿਸ, ਕਿਉਂਕਿ ਇਹ ਹੁਣ ਗੱਲ ਨੈਸ਼ਨਲ ਲੈਵਲ ਦੀ ਨਹੀਂ ਰਹਿ ਗਈ, ਇੰਟਰਨੈਸ਼ਨਲ ਲੈਵਲ ਦੀ ਹੈ। ਕਿਉਂਕਿ ਇਹ ਡਿਪਲੋਮੈਟਿਕ ਇਸ਼ੂ ਬਣਿਆ ਹੈ। ਉਹ ਪਲੇਅਰ ਸਿਰਫ ਇੰਡੀਆ ਦਾ ਪਲੇਅਰ ਨਹੀਂ ਸੀ, ਇੰਗਲੈਂਡ ਦਾ ਪਲੇਅਰ ਸੀ, ਬ੍ਰਿਟਿਸ਼ ਪਾਸਪੋਰਟ ਹੋਲਡਰ ਸੀ ਔਰ ਉਸ ਦੇ ਉੱਤੇ ਜੋ ਬ੍ਰਿਟਿਸ਼ ਹਾਈ ਕਮਿਸ਼ਨ ਆ ਉਹਦੇ ਨਾਲ ਵੀ ਗੱਲਬਾਤ ਹੋ ਗਈ ਆ, ਤਾਂ ਉਹ ਵੀ ਆਪਣੇ ਦਿੱਲੀ ਜਿਹੜੀ ਸੈਂਟਰਲ ਗਵਰਨਮੈਂਟ ਆ ਉਹਦੇ ਰਾਹੀਂ ਡਿਪਲੋਮੈਟਿਕ ਚੈਨਲ ਦੇ ਥਰੂ ਆਪਣਾ ਪ੍ਰੈਸ਼ਰ ਪਾ ਰਹੇ ਨੇ। ਤਾਂ ਅਸੀਂ ਆਪਣੇ ਵੱਲੋਂ ਵਾਅਦਾ ਕਰਦੇ ਹਾਂ ਕਿ ਕਬੱਡੀ ਨੂੰ ਫੇਲ ਨਹੀਂ ਹੋਣ ਦੇਵਾਂਗੇ, ਕਬੱਡੀ ਨੂੰ ਹੋਰ ਵਧਾਵਾਂਗੇ। ਪੂਰੇ ਦੇਸ਼ ਵਿੱਚ ਅੱਜ ਤੋਂ 12 ਤੋਂ 14 ਸਾਲ ਤੱਕ ਦੇ ਬੱਚਿਆਂ ਦੀ ਕਰੋਨਾ ਟੀਕਾਕਰਨ ਸ਼ੁਰੂ ਹੋ ਗਿਆ ਤੇ ਅੱਜ ਮੋਗਾ ਵਿੱਚ ਬੱਚਿਆਂ ਤੇ ਮਾਪਿਆਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਜਦੋਂ ਇਸ ਟੀਕਾਕਰਨ ਬਾਰੇ ਬੱਚਿਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਡੋਜ਼ ਜ਼ਰੂਰੀ ਹੈ ਕਿਉਂਕਿ ਇਹ ਟੀਕਾ ਉਹਨਾਂ ਨੂੰ ਕਰੋਨਾ ਤੋਂ ਬਚਾਏਗਾ। ਕੀ ਨਾਮ ਆਪਣਾ? ਮੇਰਾ ਨਾਮ ਕੋਮਲ ਕੌਰ ਹੈ। ਬੇਟੇ ਤੁਸੀਂ ਅੱਜ ਕਰੋਨਾ ਦੀ ਜਿਹੜੀ ਵੈਕਸੀਨ ਲਗਵਾਈ ਹੈਗੀ ਹੈ, ਕਿਸ ਤਰ੍ਹਾਂ ਫੀਲ ਹੋ ਰਿਹਾ ਹੈ? ਮੈਂ ਕਰੋਨਾ ਟੀਕਾ ਅੱਜ ਵੈਕਸੀਨ ਲਗਾਈ ਹੈ, ਬਹੁਤ ਦਿੱਕਤ ਨਹੀਂ ਆਉਂਦੀ। ਸਾਰੇ ਬੱਚਿਆਂ ਨੂੰ ਟੀਕਾ ਲਗਾਉਣਾ ਚਾਹੀਦਾ ਹੈ, ਬਹੁਤ ਅੱਛੀ ਗੱਲ ਹੈ। ਇਹ ਜਿਹੜੀ ਅੱਜ ਹੀ ਜਿਹੜੀ 12 ਤੋਂ 14 ਸਾਲ ਵਾਲੇ ਬੱਚਿਆਂ ਦੀ ਜਿਹੜੀ ਡਰਾਈਵ ਹੈ ਉਹ ਅੱਜ ਹੀ ਸ਼ੁਰੂ ਹੋਈ ਹੈ ਸਾਰੇ ਦੇਸ਼ ਦੇ ਵਿੱਚ ਤੇ ਇਹਦੇ ਵਿੱਚ ਸਾਡੇ ਮੋਗੇ ਜ਼ਿਲ੍ਹੇ ਦੇ ਵਿੱਚ ਅਸੀਂ 43,800 ਬੱਚੇ ਹਨ 12 ਤੋਂ 14 ਸਾਲ ਦੇ ਜਿਨ੍ਹਾਂ ਨੂੰ ਇਹ ਵੈਕਸੀਨੇਸ਼ਨ ਲੱਗਣਾ ਹੈ। ਉਸ ਹਿਸਾਬ ਨਾਲ ਅਸੀਂ ਆਪਣੀ ਪਲੈਨਿੰਗ ਕਰਕੇ ਸਕੂਲਾਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਇਸ ਤਰ੍ਹਾਂ ਵੀ ਅਸੀਂ ਪਲਾਨ ਬਣਾ ਕੇ ਉਹ ਅਸੀਂ ਸਾਰੇ ਬੱਚਿਆਂ ਨੂੰ ਵੈਕਸੀਨੇਸ਼ਨ ਲਗਾਵਾਂਗੇ। ਤੇ ਮੈਂ ਸਾਰੇ ਮੋਗਾ ਵਾਸੀਆਂ ਦੇ ਸਾਰਿਆਂ ਨੂੰ ਇਹ ਅਪੀਲ ਕਰਦੀ ਹਾਂ ਕਿ ਜਿਹੜਾ ਇਹ ਕੋਵਿਡ ਹੈ ਇਸ ਦੀ ਜਿਹੜੀ ਹੁਣ ਨੈਕਸਟ ਵੇਵ ਹੈ ਉਹ ਵੀ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਚਾਈਨਾ ਦੇ ਵਿੱਚ ਫਿਰ ਤੋਂ ਕੋਵਿਡ ਦੇ ਕੇਸਿਸ ਵਧਣੇ ਸ਼ੁਰੂ ਹੋ ਗਏ ਹੈ ਤੇ ਜਿਸ ਤਰ੍ਹਾਂ ਕਿ ਸਟੱਡੀਜ਼ ਨੇ ਇਹ ਦੱਸਿਆ ਹੈ ਕਿ ਹੁਣ ਆਪਣੇ ਵੀ ਇਹ ਫਿਰ ਆਉਂਦੇ 2-3 ਮਹੀਨਿਆਂ ਦੇ ਵਿੱਚ ਕੋਵਿਡ ਦੀ ਵੇਵ ਆ ਸਕਦੀ ਹੈ। ਇਸ ਕਰਕੇ ਬੱਚਿਆਂ ਨੂੰ 15 ਤੋਂ 17 ਨੂੰ ਅਸੀਂ ਪਹਿਲਾਂ ਹੀ ਲਗਾ ਰਹੇ ਹਾਂ। ਕਾਫੀ ਹੱਦ ਤੱਕ ਸਾਡੀ ਆਲਮੋਸਟ 60% ਕਵਰੇਜ ਹੋ ਗਈ ਹੈ। ਹੁਣ 12 ਤੋਂ 14 ਵਾਲੇ ਜਿਹੜੇ ਸਾਲ ਦੇ ਬੱਚੇ ਹੈ ਇਹਨਾਂ ਨੂੰ ਵੀ ਅਸੀਂ ਉਮੀਦ ਕਰਦੇ ਹਾਂ ਕਿ ਆਉਂਦੇ 1-2 ਮਹੀਨਿਆਂ ਦੇ ਵਿੱਚ ਅਸੀਂ ਸਾਰੀ ਕਵਰੇਜ ਹੈ ਆਪਣੀ ਕੰਪਲੀਟ ਕਰਾਂਗੇ। ਮੈਮ ਅੱਜ ਕਿੰਨਾ ਕੈਂਪ ਲਗਾਇਆ ਗਿਆ ਮੋਗਾ में? ਅੱਜ ਸਾਡੇ ਮੋਗਾ ਦੇ ਵਿੱਚ ਡਿਸਟ੍ਰਿਕਟ ਹਸਪੀਟਲ ਦੇ ਵਿੱਚ ਤੇ ਜਿਹੜੀਆਂ ਸਾਡੀਆਂ 6 ਕਮਿਊਨਿਟੀ ਹੈਲਥ ਸੈਂਟਰਸ ਹੈ ਉਹਨਾਂ ਦੇ ਵਿੱਚ ਇਹ ਸਾਰੇ ਕੈਂਪਸ ਲੱਗੇ ਨੇ ਤੇ ਉੱਥੇ ਸਾਰੇ ਬੱਚੇ ਜਿਹੜੇ ਉਹ ਵੈਕਸੀਨੇਟ ਹੋ ਰਹੇ ਹਨ।
ਅੱਜ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਹਰੀਸ਼ ਚੌਧਰੀ ਨੇ ਕਾਂਗਰਸ ਪਾਰਟੀ ਦੇ ਜਿੱਤੇ ਹੋਏ ਵਿਧਾਇਕਾਂ ਨਾਲ ਮੀਟਿੰਗ ਕੀਤੀ। ਉਹਨਾਂ ਕਿਹਾ ਕਿ ਪੰਜਾਬ ਦੇ ਜ਼ਿਲ੍ਹਾ ਪ੍ਰਧਾਨਾਂ ਤੋਂ ਜੋ ਅਸਤੀਫਾ ਲਿਆ ਹੈ ਉਹ ਪਾਰਟੀ ਦੇ ਹਿੱਤ ਵਿੱਚ ਹੈ ਤੇ ਹੁਣ ਪਾਰਟੀ ਨਵੀਂ ਰਣਨੀਤੀ ਬਣਾਏਗੀ। ਉਹਨਾਂ ਕਿਹਾ ਕਿ ਕਿਸ ਨੂੰ ਹਟਾਉਣਾ ਹੈ, ਕਿਸ ਨੂੰ ਰੱਖਣਾ ਹੈ, ਇਹ ਹਾਈ ਕਮਾਂਡ ਤੈਅ ਕਰੇਗੀ ਤੇ ਕੋਈ ਵੀ ਸਰਕਾਰ ਪਾਰਟੀ ਤੋਂ ਉੱਤੇ ਨਹੀਂ ਹੈ। ਚੌਧਰੀ ਨੇ ਕਿਹਾ ਕਿ नवजोत सिंह सिद्धू ਨੂੰ ਪ੍ਰਧਾਨਗੀ ਤੋਂ ਹਟਾਉਣਾ सोनिया गांधी ਦਾ फैसला सी। नहीं, कोई मीटिंग नहीं थी। मैं व्यक्तिगत तौर पर सभी एमएलए के उम्मीदवार से मिला, जैसा कि पहले से पूर्व निर्धारित था। आधे लोगों से आज मालवा वालों से मिला हूँ, बाकी वालों से कल मैं डोभा और माझा वाले से मिलूंगा। फीडबैक किस तरह का है? ये फीडबैक तो यहाँ इंटरनल मीटिंग है। अगर इंटरनल मीटिंग नहीं होती तो मैं कैमरा लगाकर और स्वाजनी करता। लेकिन एलिगेशन जो बाहर आके एमएलए लगाते नजर आ रहे हैं, वो कह रहे हैं कि कांग्रेस के अंदर ही कुछ ऐसे लीडर थे जो कांग्रेस को मारने नहीं, का काम तो कर जो रहे भी उनकी बात थी, जो भी उनके एलिगेशंस थे, सब सुने, पता करेंगे और जो भी कमी गलतियां है उसको सुधार करेंगे। कांग्रेस वर्किंग कमेटी की मीटिंग के बाद फैसला लिया गया कि प्रधान जो हैं 5 स्टेटों के, उनसे इस्तीफा लिया गया, जिसमें नवजोत सिंह सिद्धू का नाम भी शामिल है। किस तरह से देखते हैं इस टाइप? ये जो फैसला लिया गया पार्टी का फैसला है, ठीक है ना, जो फैसला लिया गया है वो पूरा सार्वजनिक तौर के ऊपर है। कैसे पार्टी मजबूत हो पाएगी? बिल्कुल मजबूत होगी, ये मजबूत होगी। इस मजबूती के लिए लिया गया। CWC ने श्रीमती सोनिया गांधी जी, जो हमारे राष्ट्रीय अध्यक्ष हैं, उनसे निवेदन किया कि इसको रिवैम्प करें। उसके अंतर्गत ही ये पहला कदम है और उसी दिशा में हम लोग चल रहे हैं। मानते हैं नवजोत सिंह सिद्धू की बयानबाजी से नुकसान हुआ है कांग्रेस को, आप मानते हैं? ये तो हम आकलन कर रहे हैं, क्या नुकसान हुआ क्या नहीं हुआ। जो एक्सरसाइज कर रहे हैं वो इसी से है कि सबसे पहले हम लोग उम्मीदवारों से बात कर रहे हैं, उसके बाद हमारे खुद के अहदेदार हैं उनसे बात करेंगे, फिर आम वर्कर से बात करेंगे। आज सिर्फ वो प्राइमा फेस है, जो मेरी अंडरस्टैंडिंग है वही सही हो सकती है, ऐसा थोड़ी। लेकिन सबसे हम लोग जो बात कर कर उसका आकलन कर कर फिर ये हम। चौधरी जी, अगर किसी ने पार्टी की गरिमा को भंग करने की कोशिश की है, क्या उनके खिलाफ कार्रवाई भी होगी? नहीं, ये लक्ष्मण रेखा है, ये लक्ष्मण रेखा है। सबको अधिकार है आंतरिक तौर के ऊपर पार्टी के अपनी बात रखे और बाहर पार्टी के लिए यूनिटी और डिसिप्लिन से बड़ी कोई चीज़ नहीं है। ये जिसने डिसिप्लिन भंग किया, क्या उस पर कार्रवाई? नहीं, उनके बिल्कुल कोई भी व्यक्ति पार्टी के यूनिटी और डिसिप्लिन से ऊपर नहीं है। आज मैं सार्वजनिक तौर पर ये बात कह सकता हूँ। ਕਾਂਗਰਸ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਬਾਰੇ ਬੋਲਦਿਆਂ ਕਾਂਗਰਸ ਪਾਰਟੀ ਦੇ ਲੀਡਰ ਹਲਕਾ ਜੀਰਾ ਤੋਂ ਕੁਲਬੀਰ ਸਿੰਘ ਜੀਰਾ ਨੇ ਕਿਹਾ ਹੈ ਕਿ ਪਾਰਟੀ ਵਿੱਚ ਇੱਕ ਦੂਜੇ ਦੇ ਦੁਸ਼ਮਣਬਾਜ਼ੀਆਂ ਤੇ ਕੰਮ ਦਾ ਨਾ ਹੋਣਾ ਕਿਤੇ ਨਾ ਕਿਤੇ ਲੋਕਾਂ ਵਿੱਚ ਨਾਰਾਜ਼ਗੀ ਪੈਦਾ ਕਰ ਗਿਆ ਸੀ, ਜਿਸ ਦਾ ਖਮਿਆਜ਼ਾ ਇਹਨਾਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਭੁਗਤਣਾ ਪਿਆ। ਉਹਨਾਂ ਕਿਹਾ ਕਿ ਅੱਜ ਪਾਰਟੀ ਨੇ ਮੰਥਨ ਕੀਤਾ ਹੈ ਤੇ ਦੂਜਾ ਜਿਹੜੇ ਪ੍ਰਧਾਨਾਂ ਨੂੰ ਹਟਾਉਣ ਦਾ ਫੈਸਲਾ ਹਾਈ ਕਮਾਂਡ ਨੇ ਲਿਆ ਉਹ ਸਿਰ ਮੱਥੇ ਹੈ। ਜੀਰਾ ਨੇ ਕਿਹਾ ਕਿ ਲੋਕਾਂ ਨੇ ਆਪਣੇ ਆਪ ਨੂੰ ਜਿਤਾ ਦਿੱਤਾ ਹੈ ਤੇ ਪਰ ਕੁਝ ਸਮੇਂ ਬਾਅਦ ਇਹੀ ਲੋਕ ਪਛਤਾਉਣਗੇ। ਜੀਰਾ ਨੇ ਕਿਹਾ ਕਿ ਆਪਦੇ ਵਿਧਾਇਕ ਅਫਸਰਾਂ ਨੂੰ ਧਮਕੀਆਂ ਵੀ ਦੇ ਰਹੇ ਹਨ, ਜਿਹੜਾ ਕਿ ਸਰਾਸਰ ਗਲਤ ਹੈ ਤੇ ਹੁਣ ਉਹੀ ਅਫਸਰ ਆਪ ਨੂੰ ਵੋਟਾਂ ਪਾ ਕੇ ਪਛਤਾ ਰਹੇ ਹਨ। ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਰੀਸ਼ ਚੌਧਰੀ ਜੀ ਦਾ, ਸਾਡੇ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ, ਕਿ ਜਿਨ੍ਹਾਂ ਨੇ ਅੱਜ ਸੱਦ ਕੇ ਇੱਕ ਜਿਹੜਾ ਕਿ ਮੰਥਨ ਕੀਤਾ ਕਿ ਜਿੰਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਦੀ ਹਾਰ ਦਾ ਜਿਹੜਾ ਕਾਰਨ ਆ ਉਹ ਕੀ ਹੈ। ਔਰ ਜਿਹੜੀ ਗੱਲ ਤੁਸੀਂ ਅਸਤੀਫੇ ਦੀ ਗੱਲ ਕਰਦੇ ਹੋ, ਉਹ ਮੀਟਿੰਗ ਦੇ ਵਿੱਚ ਜੇ ਕੋਈ ਹਾਈ ਕਮਾਂਡ ਨੇ ਫੈਸਲਾ ਲਿਆ ਹੈ ਤੇ ਉਹਨਾਂ ਦਾ ਫੈਸਲਾ ਜਿਹੜਾ ਹੈ ਉਹ ਸਾਨੂੰ ਸਿਰ ਮੱਥੇ ਔਰ ਫੈਸਲਾ ਸਹੀ ਹੈ। ਬਾਕੀ ਜੋ ਅੱਗੇ ਹਾਈ ਕਮਾਂਡ ਕਰੂਗੀ ਅਸੀਂ ਸਾਰੇ ਨਾਲ ਹਾਂ। ਗੱਲ ਇਹ ਹੈ ਕਿ ਮੈਂ ਤੇ ਇਹ ਗੱਲ ਕਹਿਣਾ ਕਿ ਸਾਰਿਆਂ ਨੂੰ ਇਸ ਚੀਜ਼ ਦਾ ਜਿਹੜਾ ਹੈ ਨਤੀਜਾ ਉਹਨਾਂ ਨੂੰ ਭੁਗਤਣਾ ਪਿਆ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਈਏ। ਯਾਰ ਸਾਡੇ ਵਰਗੇ ਐਮਐਲਏ ਤਾਂ ਹਾਰਦੇ ਆਏ ਜਿੱਤਦੇ ਆਏ, ਪਰ ਕੈਪਟਨ ਅਮਰਿੰਦਰ ਸਿੰਘ ਵਰਗੇ ਤੇ ਪ੍ਰਕਾਸ਼ ਸਿੰਘ ਬਾਦਲ ਵਰਗਿਆਂ ਨੇ ਵੀ ਕਦੀ ਸੋਚਿਆ ਸੀ ਸਾਨੂੰ ਹਾਰ ਦਾ ਮੂੰਹ ਵੇਖਣਾ ਪਊਗਾ। ਇਸ ਕਰਕੇ ਮੈਂ ਇਹ ਗੱਲ ਕਹਿਣਾ ਕਿ ਸਾਡੇ ਕੋਲ 111 ਦਿਨ ਜਿਹੜੀ ਆ ਉਹ ਤਾਕਤ ਆਈ ਸੀ ਔਰ 111 ਦਿਨਾਂ 'ਚ ਉਹ ਜਿਹੜਾ ਕਹਿੰਦਾ ਸੀ ਨਾ ਕਿ ਜੀਰੇ ਵਾਲਾ ਨਿੱਕਾ ਜਿਹਾ ਅੱਜ ਉਹ ਅੰਦਰ ਬੈਠਾ ਤੇ ਜੀਰੇ ਵਾਲਾ ਅੱਜ ਫਿਰ ਪੰਜਾਬ ਦੇ ਵਿੱਚ ਘੁੰਮਦਾ ਪਿਆ, ਕਿਉਂਕਿ ਜਿਹੜੇ ਨਸ਼ੇ ਦੇ ਸੌਦਾਗਰ ਸੀ ਅਸੀਂ ਫੜ ਕੇ ਅੰਦਰ ਦਿੱਤੇ ਆ। ਪਰ ਹੁਣ ਇਮਤਿਹਾਨ ਦੀ ਘੜੀ ਆ ਭਗਵੰਤ ਮਾਨ ਜੀ, ਹੁਣ ਵੇਖਣਾ ਹੈ ਕਿ ਤੁਸੀਂ ਉਹਨਾਂ ਨੂੰ ਬਾਹਰ ਕਢਾਉਂਦੇ ਹੋ ਜਾਂ ਉਹਨਾਂ ਨੂੰ ਅੰਦਰ ਰੱਖਦੇ ਹੋ। ਕਿਤੇ ਉਹਨਾਂ ਦਾ ਕੇਸ ਧਿਆਨ ਨਾਲ ਪੜ੍ਹ ਲਿਓ। 10 ਸਾਲ ਬਿਕਰਮਜੀਤ ਮਜੀਠੀਆ ਨਹੀਂ ਬਾਹਰ ਆ ਸਕਦਾ ਗਾ। ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਵਾਂ, ਤੁਹਾਡਾ ਫੈਸਲਾ ਜਿਹੜਾ ਉਹ ਸਿਰ ਮੱਥੇ, ਔਰ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਜਿੱਥੇ ਵੀ ਕਾਂਗਰਸੀ ਵਰਕਰ ਨੂੰ, ਪੰਜਾਬੀਆਂ ਨੂੰ ਜਿੱਥੇ ਵੀ ਜ਼ਰੂਰਤ ਪਊਗੀ 24 ਘੰਟੇ ਉਹਨਾਂ ਦੀ ਸੇਵਾ 'ਚ ਹਾਜ਼ਰ ਰਵਾਂਗੇ ਔਰ ਆਪਦੇ ਕਿਸੇ ਵੀ ਵਰਕਰ ਨੂੰ ਜਿਹੜਾ ਉਹ ਕੰਡਾ ਨਹੀਂ ਚੁੱਭਣ ਦਿਆਂਗੇ। ਔਰ ਜਿਹੜੀ ਇਹ ਗੱਲ ਕਰਦੇ ਆ ਨਸ਼ੇ ਦੀ, ਮਾਈਨਿੰਗ ਦੀ, ਦੂਜਾ ਤੀਜਾ ਜਿਹੜੇ ਇਹਨਾਂ ਦੇ ਬੰਦੇ ਕਾਜ ਕਰਨਗੇ
ਉਹਨਾਂ ਲਈ ਕੁਲਬੀਰ ਸਿੰਘ ਜੀਰਾ ਇੱਕ ਆਵਾਜ਼ ਬਣ ਕੇ ਜਾਵੇਗਾ ਔਰ ਖੁਦ ਉੱਥੋਂ ਲਾਈਵ ਹੋਇਆ ਕਰੂਗਾ ਔਰ ਪ੍ਰੈਸ ਵਾਲਿਆਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਜਾਇਆ ਕਰਾਂਗਾ। ਤਕੜੇ ਹੋ ਜੋ, ਹੁਣ 5 ਸਾਲ ਤੁਹਾਡੇ ਹਵਾਲੇ ਆ, ਲੋਕ ਤੁਹਾਡੇ ਵੱਲ ਵੇਂਦੇ ਨੇ। ਅੱਜ ਜਲੰਧਰ ਦੇ ਗੁਰੂ ਨਾਨਕਪੁਰਾ ਫਾਟਕ ਵਿੱਚ ਉਸ ਸਮੇਂ ਹਫਰਾ ਤਫਰੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਗੁਰੂ ਨਾਨਕ ਫਾਟਕ ਵਿੱਚ ਬੱਸ ਫਸ ਗਈ ਤੇ ਫਾਟਕ ਲੱਗ ਗਿਆ। ਦਰਅਸਲ ਕੁਝ ਸਮੇਂ ਬਾਅਦ 2 ਗੱਡੀਆਂ ਦੀ ਕ੍ਰੋਸਿੰਗ ਹੋਣੀ ਸੀ ਤੇ ਫਾਟਕ ਹਾਲੇ ਲੱਗ ਰਿਹਾ ਸੀ ਕਿ ਬੱਸ ਡਰਾਈਵਰ ਨੇ ਤੇਜ਼ੀ ਨਾਲ ਬਾਹਰ ਨਿਕਲਣ ਦੀ ਕੋਸ਼ਿਸ਼ ਵਿੱਚ ਬੱਸ ਫਸਾ ਦਿੱਤੀ। ਦੂਜੇ ਪਾਸੇ ਫਾਟਕ ਲਗਾਉਣ ਵਾਲਾ ਫਾਟਕ ਖੋਲ੍ਹਣ ਲਈ ਤਿਆਰ ਨਹੀਂ ਸੀ ਤੇ ਲੋਕਾਂ ਨੇ ਗੁੱਸੇ ਵਿੱਚ ਆ ਕੇ ਉਸ ਨੂੰ ਮਾਰਨ ਨੂੰ ਪੈ ਗਏ। ਫਿਰ ਜਾ ਕੇ ਉਸਨੇ ਫਾਟਕ ਖੋਲ੍ਹਿਆ। ਗਨੀਮਤ ਇਹ ਰਹੀ ਕਿ ਕੋਈ ਵੱਡਾ ਹਾਦਸਾ ਨਾ ਹੋਇਆ ਤੇ ਬੱਸ ਨਿਕਲ ਗਈ। ਮਾਮਲਾ ਜੀ ਦੱਸੋ। ਮੈਂ ਜੀ ਗੱਡੀ ਤੁਹਾਨੂੰ ਇਹ ਦੱਸਦਾ ਵੀ ਇਹਨੇ ਰੂਟਰ ਲਾਇਆ ਨਹੀਂ, ਬਾਅਦ ਚਲਾਇਆ ਜਦੋਂ ਮੈਂ ਇੱਥੇ ਆ ਗਿਆ ਗੱਡੀ ਲੰਘ ਗਈ ਆ। ਤਿੰਨ ਦਵਾ ਦਾ ਵੀ ਸੜਕ ਤੇ ਜਦੋਂ ਨਿਕਲਣ ਲੱਗਾ ਦਵਾ ਦਾ ਵੀ ਸੜਕ ਤੇ ਫੜ ਗਈ ਗੱਡੀ। ਗੱਡੀ ਉੱਥੇ ਰੁਕ ਜਾਣੀ ਚਾਹੀਦੀ ਆ, ਪਿੱਛੇ ਰੁਕਣੀ ਚਾਹੀਦੀ ਗੱਡੀ। ਤੁਹਾਡਾ ਗੱਡੀ ਫਾਟਕ ਦੇ ਅਗਲੇ ਤੁਹਾਡਾ ਕਹਿਣਾ ਫਾਟਕ ਜਦੋਂ ਤੁਸੀਂ ਲੰਘ ਰਹੇ ਸੀ ਉਸ ਤੋਂ ਬਾਅਦ ਉਹਨੇ ਗੱਡੀ ਵਿੱਚ ਰੱਖ ਕੇ ਫਾਟਕ ਬੰਦ ਕਰਤਾ। ਠੀਕ ਹੈ ਜੀ। ਬੀਤੇ ਦਿਨੀ ਕਬੱਡੀ ਖਿਡਾਰੀ ਸੰਦੀਪ ਦਾ ਕੁਝ ਅਗਿਆਤ ਲੋਕਾਂ ਨੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਤੇ ਅੱਜ ਇਸ ਘਟਨਾ ਨੂੰ 3 ਦਿਨ ਹੋ ਗਏ ਹਨ ਪਰ ਹਾਲੇ ਤੱਕ ਪੁਲਿਸ ਹੱਥ ਕੋਈ ਸੁਰਾਗ ਨਾ ਲੱਗਾ ਤੇ ਪੁਲਿਸ ਦੇ ਹੱਥ ਖਾਲੀ ਹਨ। ਇਸ ਰੋਸ ਵਿੱਚ ਅੱਜ ਕਬੱਡੀ ਖਿਡਾਰੀਆਂ, ਪਹਿਲਵਾਨਾਂ ਤੇ ਕਿਸਾਨ ਜਥੇਬੰਦੀਆਂ ਨੇ ਸੜਕਾਂ ਤੇ ਉਤਰ ਕੇ ਰੋਸ ਪ੍ਰਦਰਸ਼ਨ ਕੀਤਾ। ਉਹਨਾਂ ਕਿਹਾ ਕਿ ਜਿੰਨਾ ਚਿਰ ਕਾਤਲ ਫੜੇ ਨਹੀਂ ਜਾਂਦੇ ਉਹਨਾਂ ਚਿਰ ਰੋਸ ਪ੍ਰਦਰਸ਼ਨ ਕਰਦੇ ਰਹਿਣਗੇ। ਜੀ ਜਿਹੜਾ ਇਹ ਹੋਇਆ ਪੰਜਾਬ ਦੇ ਵਿੱਚ ਸਾਡਾ ਨੌਜਵਾਨ ਜਿੱਥੇ ਸਾਡਾ ਦਬਾਬੇ ਦਾ ਮਾਣ ਸੀ, ਉੱਥੇ ਪੰਜਾਬ ਦਾ ਮਾਣ ਸੀ, ਉੱਥੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਪੰਜਾਬੀ ਵੀਰਾਂ ਨੂੰ ਮਾਣ ਸੀ ਵੀ ਸਾਡੇ ਦਬਾਬੇ ਦੀ ਧਰਤੀ ਤੋਂ ਕੁਝ ਨੌਜਵਾਨ ਪੈਦਾ ਹੋ ਕੇ ਜਿਹੜੇ ਅੱਜ ਵਿਦੇਸ਼ਾਂ ਦੇ ਵਿੱਚ ਆਪਣਾ ਪੂਰੇ ਵਰਲਡ 'ਚ ਨਾਂ ਚਮਕਾਈ ਬੈਠੇ ਨੇ। ਜਿਹੜੀ ਇਹ ਘਟਨਾ ਹੋਈ ਆ ਬਹੁਤ ਮੰਗੀ ਘਟਨਾ ਆ। ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦਾ, ਆਪਾਂ ਇਲੈਕਸ਼ਨਾਂ ਦੇ ਵਿੱਚ ਟੋਟਲ ਅਸਲਾ ਜਮ੍ਹਾਂ ਕਰਾ ਲਿਆ ਸੀਗਾ, ਦੱਸੋ ਕਲੀਅਰ ਕਰੋ ਅਸਲਾ ਕਿੱਥੋਂ ਆਇਆ, ਇਹ ਅਸਲਾ ਕਿਉਂ ਆ ਕੇ ਕਿਉਂ ਤੀਜੀ ਘਟਨਾ ਇਸ ਇਲਾਕੇ ਦੇ ਵਿੱਚ ਵਰਤ ਗਈ ਆ। ਪਹਿਲਾਂ ਘਟਨਾ ਚੂੜ ਪਿੰਡ ਵਿੱਚ ਵਾਪਰੀ, ਦੂਜੀ ਘਟਨਾ ਜਾ ਕੇ ਘਵਾਲੇ ਵਾਪਰੀ ਆ, ਤੀਜੀ ਘਟਨਾ ਇੱਥੇ ਵਾਪਰੀ ਆ। ਪ੍ਰਸ਼ਾਸਨ ਇਸ ਗੱਲ ਦਾ ਜਵਾਬ ਦਿਓ। ਜਦੋਂ ਇਲੈਕਸ਼ਨਾਂ ਦੇ ਵਿੱਚ ਤੁਹਾਨੂੰ ਅਸੀਂ ਕਹਿੰਦੇ ਹੁੰਦੇ ਆ ਲੋਕ ਡੇਰਿਆਂ ਤੇ ਬੈਠੇ ਜ਼ਿੰਮੇਵਾਰ ਵਿਅਕਤੀਆਂ ਤੋਂ ਅਸਲਾ ਨਾ ਜਮ੍ਹਾਂ ਕਰਾਓ। ਜੇ ਕਿਤੇ ਉਦੋਂ ਉਸ ਨੌਜਵਾਨ ਕੋਲ ਅਸਲਾ ਹੁੰਦਾ ਹੋ ਸਕਦਾ ਜਾਨ ਨਾ ਜਾਂਦੀ, ਆਪਣਾ ਮੁਕਾਬਲਾ ਕਰਦਾ। ਅੱਜ ਇਹ ਵੱਡੀ ਜਿਹੜੀ ਮਾੜੀ ਘਟਨਾ ਹੋਈ ਆ ਇਹਦਾ ਜ਼ਿੰਮੇਵਾਰ ਸਿਵਲ ਤੇ ਜਿਹੜਾ ਪ੍ਰਸ਼ਾਸਨ ਹੈ, ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਆ। ਸਾਹਿਬ ਇਹਦੇ ਪਿੱਛੇ ਕੋਈ ਰੰਜਿਸ਼ ਸਾਹਮਣੇ ਆਈ, ਕੋਈ ਰੰਜਿਸ਼ ਤਾਂ ਨਹੀਂ? ਦੇਖੋ ਜਦੋਂ ਪ੍ਰਸ਼ਾਸਨ ਉਹਨਾਂ ਨੂੰ ਕਾਤਲ ਫੜੇ ਜਾਣਗੇ ਬੇਰੀ ਹੋਊਗਾ ਉਦੋਂ ਕਲੀਅਰ ਹੋਊਗਾ। ਅੱਜ ਤਾਂ ਸਾਡਾ ਨਿਸ਼ਾਨਾ ਜਿਹੜਾ ਪ੍ਰਸ਼ਾਸਨ ਹੈ ਨਾ, ਕਾਤਲ ਅਜੇ ਤੱਕ ਕਿਉਂ ਨਹੀਂ ਫੜ ਹੋ ਰਿਹਾ? ਰੰਜਿਸ਼ ਦਾ ਮਤਲਬ ਇਹ ਨਹੀਂ ਵੀ ਕਿਸੇ ਨੂੰ ਗੋਲੀਆਂ ਮਾਰ ਕੇ ਮੁਕਾ ਦਿਓ। ਰੰਜਿਸ਼ ਦਾ ਮਤਲਬ ਜੇ ਤੁਹਾਡੀ ਕਿਸੇ ਨਾਲ ਕੋਈ ਲਾਗ ਡਾਟਿਆ, ਕਿਸੇ ਨਾਲ ਗੱਲਬਾਤ ਆ, ਗੱਲਬਾਤ ਦੇ ਤਰੀਕੇ ਨਾਲ ਹੱਲ ਹੋ ਸਕਦੇ ਆ। ਇਹ ਨਹੀਂ ਵੀ ਕਿਸੇ ਮਾਂ ਦਾ ਪੁੱਤ ਖੋਲਿਓ, ਕਿਸੇ ਔਰਤ ਦਾ ਪਤੀ ਖੋਲੋ, ਕਿਸੇ ਬੱਚਿਆਂ ਦਾ ਬਾਪ ਖੋਲੋ। ਇਹ ਨਹੀਂ ਹੋ ਸਕਦਾ ਕਦੇ ਵੀ, ਕਿਉਂਕਿ ਪੰਜਾਬ ਦੀ ਧਰਤੀ ਸੂਰਬੀਰਾਂ ਦੀ ਧਰਤੀ ਆ। ਜਿੱਥੇ ਨਹੀਂ ਮਤਲਬ ਵੱਡੇ ਵੱਡੇ ਇੰਟਰਨੈਸ਼ਨਲ ਪਲੇਅਰ ਪੈਦਾ ਕੀਤੇ ਆ, ਉੱਥੇ ਭਗਤ ਸਿੰਘ ਵਰਗੇ, ਊਧਮ ਸਿੰਘ ਵਰਗੇ, ਗਦਰੀ ਬਾਬਿਆਂ ਵਰਗੇ ਜਿਹੜੇ ਆ ਪੰਜਾਬ ਦੀ ਧਰਤੀ ਤੇ ਪੈਦਾ ਹੋਏ ਆ। ਕਿਉਂਕਿ ਇਹ ਜਿਹੜਾ ਅਸੀਂ ਸਮਝਦੇ ਆ, ਇਹ ਜਿਹੜਾ ਲਟੇਰਿਆਂ ਦੇ ਹੱਥ ਪ੍ਰਬੰਧ ਆਇਆ ਆ, ਲਟੇਰਿਆਂ ਦੇ ਹੱਥ ਪ੍ਰਬੰਧ ਆਉਣ ਦੇ ਨਾਲ ਹੀ ਆ ਜਿਹੜੇ ਸਾਡੇ ਨੌਜਵਾਨ ਆ, ਅੱਜ ਉਹ ਕੋਈ ਵਿਦੇਸ਼ੋਂ ਆ ਕੇ ਨਹੀਂ ਸੰਦੀਪ ਨੂੰ ਮਾਰ ਗਏ, ਉਹ ਸਾਡੇ ਹੀ ਭਟਕੇ ਨੌਜਵਾਨ ਆ। ਇਹਨਾਂ ਸਰਕਾਰਾਂ ਦੇ, ਇਹਨਾਂ ਰਾਸ਼ਟਰੀ ਪਾਰਟੀਆਂ ਦੇ ਖਰੀਦੇ ਉਹ ਬੰਦੇ ਆ ਜਿਹੜੀ ਸਾਡੇ ਸੰਦੀਪ ਦਾ ਕਤਲ ਕੀਤਾ। ਇਸ ਕਰਕੇ ਗਿਣੀ ਮਿਤੀ ਸਾਜ਼ਿਸ਼ ਦੇ ਨਾਲ ਮਤਲਬ ਇਹ ਸਾਰਾ ਕੁਝ ਹੋਇਆ। ਅਸੀਂ ਸਮਝਦੇ ਆ ਕਿ ਜਿੰਨਾ ਚਿਰ ਉਹਦੇ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਹੁੰਦਾ ਤੇ ਜਿੰਨਾ ਚਿਰ ਉਹਦਾ ਪਰਿਵਾਰ ਬਾਕੀ ਆ ਰਿਹਾ, ਜਿਸ ਤਰ੍ਹਾਂ ਅਸੀਂ ਜਥੇਬੰਦੀਆਂ ਵਾਲੇ, ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵਾਲੇ ਅਸੀਂ ਫੈਸਲਾ ਕਰਕੇ ਆਏ ਆ ਕਿ ਜਿੱਦਾਂ ਪ੍ਰਸ਼ਾਸਨ ਸਾਨੂੰ ਮਤਲਬ ਇਹ ਭਰੋਸਾ ਨਹੀਂ ਦਿਵਾਉਂਦਾ ਜਾਂ ਮਤਲਬ ਸੰਦੀਪ ਦੇ ਕਾਤਲਾਂ ਜਿਹੜੇ ਸਾਥੀ ਆ ਉਹਦਾ ਪਰਿਵਾਰ ਆ ਉਹਨਾਂ ਨੂੰ ਤਸੱਲੀ ਨਹੀਂ ਹੁੰਦੀ, ਉਹਨਾਂ ਚਿਰ ਅਸੀਂ ਇਹ ਲੜਾਈ ਇਹਨੂੰ ਪਿੱਛੇ ਜਿੱਦਾਂ ਅਸੀਂ ਖੇਤੀ ਕਾਨੂੰਨਾਂ ਦੀ ਲੜਾਈ ਲੜੀ ਆ, ਮੋਦੀ ਦੀ ਅਸੀਂ ਧੌਣ 'ਚ ਗਏ, ਇੱਦਾਂ ਅਸੀਂ ਸੰਦੀਪ ਦੇ ਕਾਤਲਾਂ ਨੂੰ ਅੰਦਰ ਘਰਾ ਕੇ ਔਰ ਲੋਕਾਂ ਦੀ ਸੱਤ ਦੇ ਵਿੱਚ ਨੰਗਾ ਕਰਾਂਗੇ। ਇਸ ਕਰਕੇ ਜਥੇਬੰਦੀਆਂ ਟੈਕੇ ਨਹੀਂ ਬੈਠੀਆਂ। ਅੱਜ ਤੱਕ ਟੋਕਨ ਜਿਹੜੇ ਆ ਆਏ ਆ ਸਾਥੀ ਵੀ ਇਹਨਾਂ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰ, ਜਿੱਦਾਂ ਦਾ ਅੱਜ ਉਹ ਪਰਿਵਾਰ ਆ ਰਹੇ ਆ ਉਹਨਾਂ ਦੇ, ਕਿਉਂਕਿ ਮਤਲਬ ਉਹਨਾਂ ਦੇ ਨਾਲ ਚੱਲੇ ਜਾਊਗਾ। ਹਰ ਇੱਕ ਤਰ੍ਹਾਂ ਦਾ ਕੈਮਰੇ ਚੱਲ ਰਹੇ। ਰਾਜਪੁਰਾ ਦੇ ਆਪ ਵਿਧਾਇਕ ਨੀਨਾ ਮਿੱਤਲ ਨੇ ਅੱਜ ਅਚਾਨਕ ਹਸਪਤਾਲ ਵਿੱਚ ਛਾਪੇਮਾਰੀ ਕੀਤੀ। ਉਹਨਾਂ ਕਿਹਾ ਕਿ ਜਿਹੜੀਆਂ ਸਮੱਸਿਆਵਾਂ ਮਰੀਜ਼ਾਂ ਨੂੰ ਆ ਰਹੀਆਂ ਨੇ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਦੂਰ ਕਰਨਗੇ। ਪੱਤਰਕਾਰ ਨਾਲ ਗੱਲਬਾਤ ਕਰਦਿਆਂ ਨੀਨਾ ਮਿੱਤਲ ਨੇ ਕਿਹਾ ਹੈ ਕਿ ਕਿਸੇ ਵੀ ਕੰਮ ਵਿੱਚ ਕੋਈ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕੀ ਪਰਪਸ ਸੀ ਤੁਹਾਡੇ ਆਉਣ ਦਾ? ਅੱਜ ਅਸੀਂ ਐਸਐਮਓ ਸਾਹਿਬ ਨੂੰ ਮਿਲਣ ਆਏ ਆ ਕਿ ਜੋ ਕਮੀਆਂ ਇੱਥੇ ਰਹਿ ਰਹੀਆਂ ਉਹ ਕਿਉਂ ਰਹਿ ਰਹੀਆਂ। ਇਹਨਾਂ ਨੇ ਜੋ ਦੱਸਿਆ ਵੀ ਸਾਨੂੰ ਕਈ ਚੀਜ਼ਾਂ ਦੀ ਜ਼ਰੂਰਤ ਹੈ, ਉਹ ਅੱਜ ਅਸੀਂ ਇਹਨਾਂ ਤੋਂ ਸਾਰੀ ਡਿਟੇਲ ਲੈਣ ਆਏ ਆ ਤਾਂ ਕਿ ਅਸੀਂ ਉਹ ਕਮੀਆਂ ਪੂਰੀਆਂ ਕਰ ਸਕੀਏ, ਇਹ ਵੀ ਅੱਛੀ ਤਰ੍ਹਾਂ ਕੰਮ ਕਰ ਸਕਣ ਔਰ ਪੇਸ਼ੈਂਟਸ ਨੂੰ ਵੀ ਕੋਈ ਪ੍ਰੋਬਲਮ ਨਾ ਆਵੇ। ਮੈਡਮ ਜਿਹੜੇ ਲੋਕ ਤੁਹਾਨੂੰ ਮਿਲੇ ਆ ਕੀ ਸਮੱਸਿਆਵਾਂ ਸੀਗੀਆਂ ਉਹਨਾਂ ਦੀਆਂ? ਲੋਕਾਂ ਨੇ ਜਿਵੇਂ ਹੁਣ ਇੱਕ ਲੇਡੀ ਮਿਲੀ, ਉਹ ਕਹਿੰਦੇ ਜੀ ਇੱਥੇ ਅਲਟਰਾਸਾਊਂਡ ਨਹੀਂ ਹੁੰਦਾ, ਤਾਂ ਇਹਨਾਂ ਨੇ ਦੱਸਿਆ ਕਿ ਸਿਰਫ ਪ੍ਰੈਗਨੈਂਟ ਲੇਡੀਜ਼ ਦਾ ਹੁੰਦਾ ਹੈ
ਸਾਡੇ ਕੋਲੇ ਡਾਕਟਰਸ ਨਹੀਂ ਹੈ ਤਾਂ ਅਸੀਂ ਉਹ ਸਾਰੀਆਂ ਜਿਹੜੀਆਂ ਜ਼ਰੂਰਤਾਂ ਹੈ ਉਹ ਪੂਰੀਆਂ ਕਰਾਂਗੇ ਤਾਂ ਕਿ ਮੈਂ ਤੁਹਾਨੂੰ ਇੰਨੀ ਗਰੰਟੀ ਦਿੰਨੀ ਆ ਕਿ ਆਉਣ ਵਾਲੇ ਟਾਈਮ 'ਚ ਕੋਈ ਦਵਾਈ ਬਾਹਰੋਂ ਨਹੀਂ ਲਿਖ ਕੇ ਦਿੱਤੀ ਜਾਊਗੀ, ਕੋਈ ਟੈਸਟ ਬਾਹਰੋਂ ਨਹੀਂ ਲਿਖ ਕੇ ਦਿੱਤੇ ਜਾਣਗੇ। ਹਰ ਫੈਸਿਲਿਟੀ ਹਰ ਇਨਸਾਨ ਨੂੰ ਇੱਥੇ ਹਸਪੀਟਲ 'ਚ ਮੈਡਮ ਜਿਹੜੀ ਤੁਸੀਂ ਗੱਲ ਕਹੀ ਸੀਗੀ ਚੋਣਾਂ ਦੇ ਦੌਰਾਨ ਕਿ ਇਹ ਰੈਫਰ ਹਸਪੀਟਲ ਹੈ ਤੇ ਤੁਹਾਨੂੰ ਰਾਤ ਇੱਕ ਬੰਦੇ ਨੇ ਸ਼ਿਕਾਇਤ ਕੀਤੀ ਹੈ ਕਿ ਉਹਨੂੰ ਰੈਫਰ ਕੀਤਾ ਗਿਆ ਉਹਦੀ ਵਾਈਫ ਤੇ ਮੈਡਮ ਕੀ ਕਹਿਣਾ ਚਾਹੋਗੇ? ਉਹ ਤੁਹਾਨੂੰ ਪਰਿਵਾਰ ਮਿਲਿਆ? ਨਹੀਂ, ਮੈਨੂੰ ਉਹ ਮਿਲਿਆ, ਉਹ ਡਿਲੀਵਰੀ ਦਾ ਟਾਈਮ ਸੀ ਉਹਨਾਂ ਦਾ, ਪਰ ਡਾਕਟਰ ਸਾਹਿਬ ਨੇ ਦੱਸਿਆ ਕਿ ਸਾਡੇ ਕੋਲੇ 2 ਗਾਇਨੀ ਡਾਕਟਰ ਹੈ, ਇੱਕ ਪਹਿਲਾਂ ਛੁੱਟੀ ਤੇ ਸੀ, ਇੱਕ ਫੇਰ ਚਲੇ ਗਏ। ਤਾਂ ਮੈਂ ਇਹਨਾਂ ਨੂੰ ਇਹ ਰਿਕੁਐਸਟ ਕਰੂੰਗੀ ਕਿ ਜੇ 2 ਡਾਕਟਰ ਹੈ ਤਾਂ ਦੋਨਾਂ ਨੂੰ ਇਕੱਠੇ ਨਾ ਭੇਜੋ, ਤਾਂ ਉਹਦੇ ਲਈ ਕੋਈ ਸਬਸਟੀਟਿਊਟ ਰੱਖੋ ਤਾਂ ਕਿ ਡਿਲੀਵਰੀ ਕੇਸ ਦਾ ਕੋਈ ਪਤਾ ਨਹੀਂ ਰਾਤ ਨੂੰ ਐਮਰਜੈਂਸੀ 'ਚ ਆ ਜੇ ਤਾਂ ਅਸੀਂ ਲੋਕਾਂ ਨੂੰ ਤਾਂ ਫੈਸਿਲਿਟੀ ਦੇ ਸਕੀਏ ਨਾ। ਇੱਕ ਗਰੀਬ ਬੰਦਾ ਪ੍ਰਾਈਵੇਟ ਹਸਪੀਟਲ 'ਚ ਕਿੱਥੋਂ ਚਲਾ ਜਾਊਗਾ? ਜਿਹੜੇ ਡਾਕਟਰ ਹੈ ਜੀ ਉਹ ਵੀ ਬਾਹਰ ਚਲੇ ਜਾਂਦੇ ਆ, ਮੋਹਾਲੀ ਦੇ ਆ, ਮੋਹਾਲੀ ਚਲੇ ਜਾਂਦੇ ਆ ਸ਼ਾਮ ਨੂੰ। ਅਗਰ ਕੋਈ ਡਿਲੀਵਰੀ ਕੇਸ ਆ ਜਾਂਦਾ ਤਾਂ ਇੱਥੇ ਡਾਕਟਰ ਹੀ ਨਹੀਂ ਹੁੰਦਾ। ਨਹੀਂ, ਅੱਜ ਅਸੀਂ ਇਹੀ ਡਿਟੇਲ ਲੈਣ ਆਏ ਆ। ਅੱਜ ਤੋਂ ਬਾਅਦ ਮਤਲਬ ਅੱਜ ਤੋਂ ਬਾਅਦ ਨਹੀਂ, ਕੁਝ ਦਿਨਾਂ ਤੋਂ ਬਾਅਦ 1 ਮਹੀਨੇ ਦੇ ਵਿੱਚ ਤੁਹਾਨੂੰ ਹਰ ਚੀਜ਼ ਬਿਲਕੁਲ ਸਟ੍ਰੀਮਲਾਈਨ ਤੇ ਮਿਲੂਗੀ। ਡਾਕਟਰਸ ਵੀ ਇੱਥੇ ਮਿਲਣਗੇ, ਹਰ ਫੈਸਿਲਿਟੀ ਵੀ ਮਿਲੂਗੀ। ਇਹ ਨਹੀਂ ਹੈ ਕਿ ਪੇਸ਼ੈਂਟ ਬਾਹਰ ਖੜੇ ਔਰ ਡਾਕਟਰਸ ਨਹੀਂ ਆਏ ਜਾਂ ਡਾਕਟਰਸ ਬਾਹਰ ਚਲੇ ਗਏ। ਮੈਡਮ ਥੋੜਾ ਲੇਡੀਜ਼ ਮੈਡਮ ਨੇ ਵੀ ਕੁਝ ਕਿਹਾ ਵੀ ਹਾਂ, ਉਹਨਾਂ ਨੇ ਕਿਹਾ ਕਿ ਸਾਨੂੰ ਇੱਥੇ ਪੁਲਿਸ ਦੀ ਫੈਸਿਲਿਟੀ ਚਾਹੀਦੀ ਹੈ। ਰਾਤ ਨੂੰ ਸ਼ਰਾਬੀ ਲੋਕ ਆਉਂਦੇ ਆ, ਉਹ ਅਸੀਂ ਅੱਜ ਡੀਐਸਪੀ ਸਾਹਿਬ ਨਾਲ ਗੱਲ ਕਰਕੇ ਉਹ ਮੈਡਮ ਥੋੜੇ ਦਿਨ ਪਹਿਲਾਂ ਮੈਂ ਹਸਪੀਟਲ ਦੇ ਵਿੱਚ ਇੱਕ ਅਲਟਰਾਸਾਊਂਡ ਮਸ਼ੀਨ ਫੜੀ ਗਈ ਸੀ, ਉਹ ਮਾਮਲਾ ਖਟਿਆਈ ਦੇ ਵਿੱਚ ਪੈਂਦਾ ਨਜ਼ਰ ਆ ਰਿਹਾ। ਕੀ ਕਾਰਵਾਈ ਕਰੋਗੇ ਆਉਣ ਵਾਲੇ ਦਿਨਾਂ 'ਚ? ਤੁਸੀਂ ਕਿਹਾ ਸੀਗਾ ਵੀ ਇਹੋ ਜਿਹੀ ਚੀਜ਼ਾਂ ਉਰੇ ਪਾਈ ਗਈਆਂ ਹਸਪੀਟਲ ਦੇ ਵਿੱਚ ਜਿਹੜਾ ਹੈ ਟੈਸਟ ਹੁੰਦੇ ਸੀਗੇ, ਕੀ ਕਹਿਣਾ ਚਾਹੋਗੇ ਮੈਡਮ? ਦੇਖੋ, ਮੈਂ ਤੁਹਾਨੂੰ ਇੱਕ ਗੱਲ ਕਹੂੰਗੀ ਕਿ ਨਾ ਮੈਂ ਗਲਤ ਕੰਮ ਕਰਨੇ ਆ ਤੇ ਨਾ ਮੈਂ ਗਲਤ ਕੰਮ ਹੋਣ ਦੇਣੇ ਆ। ਮੈਂ ਹਰ ਡਿਪਾਰਟਮੈਂਟ ਨੂੰ ਮਿਲ ਚੁੱਕੀ ਆ, ਸਭ ਨੂੰ ਇੱਕੋ ਹੀ ਮੈਸੇਜ ਦਿੱਤਾ ਹੈ ਵੀ 20 ਤਰੀਕ ਤੱਕ ਜੋ ਤੁਸੀਂ ਪਿੱਛੇ ਕਰ ਲਿਆ, ਆਪਦੀਆਂ ਆਦਤਾਂ ਸੁਧਾਰ ਲਓ। ਅਸੀਂ ਨਾ ਗਲਤ ਕੰਮ ਕਰਨੇ ਆ, ਕਿਉਂਕਿ ਅਸੀਂ ਇਹ ਨਹੀਂ ਹੈ ਕਿ ਅਸੀਂ ਆ ਗਏ ਤੇ ਜਿਹੜੇ ਇੱਥੇ ਪਹਿਲਾਂ ਕੰਮ ਕਰਦੇ ਉਹਨਾਂ ਨੂੰ ਕੱਢਣਾ। ਅਸੀਂ ਉਹਨਾਂ ਨੂੰ ਨਾਲ ਲੈ ਕੇ ਚੱਲਣਾ। ਠੀਕ ਹੈ, ਉਹਨਾਂ ਦੀਆਂ ਮਜਬੂਰੀਆਂ ਸੀ ਬਹੁਤ, ਜਿਹੜੀਆਂ ਗਲਤ ਕੰਮ ਹੋ ਰਹੇ ਸੀਗੇ, ਅਸੀਂ ਸਭ ਨੂੰ ਨਾਲ ਲੈ ਕੇ ਚੱਲਾਂਗੇ। ਜੇ ਫੇਰ ਵੀ ਕੋਈ ਨਾਲ ਨਹੀਂ ਚੱਲੂਗਾ, ਲੋਕਾਂ ਦੇ ਕੰਮ ਨਹੀਂ ਕਰੂਗਾ, ਫੇਰ ਚਾਹੇ ਅਸੀਂ ਐਕਸ਼ਨ ਕਰੀਏ, ਪਰ ਆਮ ਆਦਮੀ ਪਾਰਟੀ ਸਭ ਨੂੰ ਨਾਲ ਲੈ ਕੇ ਚੱਲਣ ਵਾਲੀ ਹੈ। ਸਾਡੇ ਤੇ ਲੋਕਾਂ ਨੇ ਬੜੀਆਂ ਉਮੀਦਾਂ ਕੀਤੀਆਂ। ਆਮ ਆਦਮੀ ਪਾਰਟੀ ਨੂੰ ਐਡੀ ਵੱਡੀ ਜਿੱਤ ਦੇਣੀ ਲੋਕਾਂ ਦੀਆਂ ਇੱਕ ਉਮੀਦ ਹੈ। ਅਸੀਂ ਇੱਕ ਉਮੀਦ ਤੇ ਖਰੇ ਉਤਰਾਂਗੇ। ਕਦ ਤੱਕ ਪੂਰੀ ਹੋ ਜਾਏਗੀ ਇੱਥੇ? ਬਹੁਤ ਜਲਦੀ ਪੂਰੀ ਹੋ ਜੂ। ਹੁਣ ਮੈਂ ਡਾਕਟਰ ਸਾਹਿਬ ਨਾਲ ਮਿਲ ਕੇ ਇਹਨਾਂ ਤੋਂ ਲਿਸਟ ਲੈਣੀ ਆ ਵੀ ਕੀ ਚੀਜ਼ਾਂ ਦੀ ਕਮੀ ਹੈ। ਉਹ ਅਸੀਂ ਸਰਕਾਰ, ਹੁਣ ਭਗਵੰਤ ਮਾਨ ਜੀ ਦੀ ਕੱਲ ਸ਼ਪਥ ਹੈ, ਉਹ ਸੈਰੇਮਨੀ ਹੈ, ਉਸ ਤੋਂ ਬਾਅਦ ਜਿਵੇਂ ਅਸੀਂ ਸਾਰੇ ਆਪਣੀ ਸੀਟ ਸੰਭਾਲ ਲੈਂਦੇ ਆ ਤਾਂ ਬਹੁਤ ਜਲਦੀ ਇਹ ਚੀਜ਼ਾਂ ਦੀ ਪੂਰੀ। ਸੁਲਤਾਨਪੁਰ ਲੋਧੀ ਦੇ ਮੁਹੱਲਾ ਸੱਤਰਗੜਾ ਵਿੱਚ ਸ਼ਾਮੀ 5 ਵਜੇ ਇੱਕ ਘਰ ਵਿੱਚ ਗੈਸ ਸਿਲੰਡਰ ਦੀ ਪਾਈਪ ਲੀਕ ਹੋਣ ਨਾਲ ਪਤੀ ਪਤਨੀ ਅੱਗ ਨਾਲ ਝੁਲਸ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ। ਲੋਕਾਂ ਮੁਤਾਬਿਕ ਬੜੀ ਮੁਸ਼ਕਿਲ ਨਾਲ ਅੱਗ ਤੇ ਕਾਬੂ ਪਾ ਗਿਆ। ਡਾਕਟਰਾਂ ਮੁਤਾਬਿਕ ਸਰੀਰ ਦਾ ਕਾਫੀ ਹਿੱਸਾ ਜਲ ਗਿਆ ਹੈ ਤੇ ਇਲਾਜ ਲਈ ਕਪੂਰਥਲਾ ਦੇ ਵੱਡੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਕੀ ਘਟਨਾ ਹੋਈ ਹੈ? ਕਿੰਨੇ ਵਜੇ ਦੀ ਘਟਨਾ? ਇਹ 5:10 ਤੇ ਆਪਣੇ ਗੁਰਚਰਨ ਸਿੰਘ ਮੁੰਡਾ, ਜਿਹਨੂੰ ਭਲਵਾਨ ਵੀ ਕਹਿੰਦੇ ਸਿਲੰਡਰ ਵਾਲਾ, ਉਹਨਾਂ ਦੀ ਮਿਸਤਰੀ ਚਾਹ ਬਣਾਉਣ ਲੱਗੀ ਤੇ ਗੈਸ ਲੀਕ ਹੀ ਹੈ ਪਹਿਲਾਂ ਹੀ, ਇੱਕੋ ਦਮ ਹੀ ਅੱਗ ਹੋਈ ਤੇ ਜਿਨ੍ਹਾਂ 'ਚ ਬਹੁਤ ਜ਼ਿਆਦਾ ਝੁਲਸ ਗਏ ਨੇ ਤੇ ਹੁਣ ਇਹਨਾਂ ਦਾ ਟ੍ਰੀਟਮੈਂਟ ਕਰਕੇ ਇਹਨਾਂ ਨੂੰ ਕਪੂਰਥਲੇ ਰੈਫਰ ਕਰ ਦਿੱਤਾ। ਉੱਥੋਂ ਕਹਿੰਦੇ ਆ ਵੀ ਹਾਲਤ ਗੰਭੀਰ ਨੂੰ ਵੇਖਦੇ ਆ ਸ਼ਾਇਦ ਚੰਡੀਗੜ੍ਹ ਉਹਨਾਂ ਦੀ ਵਾਈਫ ਨੂੰ ਭੇਜਿਆ ਜਾਵੇ। ਕਿੰਨੇ ਜਣੇ ਜ਼ਖਮੀ ਹੋਏ? ਦੋਵੇਂ ਜੀ ਬਹੁਤ ਜ਼ਿਆਦਾ ਜ਼ਖਮੀ ਹੋਏ ਆ ਜੀ। ਬਾਕੀ ਬੱਚੇ ਉਹਨਾਂ ਦੇ ਘਰੇ ਟਿਊਸ਼ਨ ਪੜ੍ਹਦੇ ਕਿ ਸਾਡੇ ਮੇਰੀਆਂ ਵੀ 2 ਗੁੜੀਆਂ ਪੜ੍ਹਦੀਆਂ ਟਿਊਸ਼ਨ, ਪਰ ਪ੍ਰਮਾਤਮਾ ਦੀ ਮਿਹਰ ਨਾਲ ਉਹਨਾਂ ਦਾ ਬਚਾਅ ਗਿਆ। 10 ਮਿੰਟ ਪਹਿਲਾਂ ਘਰ ਆ ਗਏ। ਬਾਕੀ ਆਪਣੇ ਕਨੋਜੀਆ ਸਾਹਿਬ ਨੇ ਬਹੁਤ ਮਦਦ ਕੀਤੀ, ਪਰ ਟ੍ਰੀਟਮੈਂਟ ਕਰਾ ਦਿੱਤਾ ਉਹਨਾਂ ਦਾ ਤੇ ਨਾਲੇ ਇੱਥੋਂ ਸਾਰਾ ਕੁਝ ਆ ਕੇ ਨਾਲ ਮੈਡਮ ਸੁਨੀਤਾ ਧੀਰ ਜੀ। ਸਿਲੰਡਰ ਫਟ ਗਿਆ ਜੀ? ਸਿਲੰਡਰ ਬਚ ਗਿਆ। ਮਹੱਲੇ ਵਾਲਿਆਂ ਨੇ ਸਿਲੰਡਰ ਚੱਕ ਕੇ ਨਾਲ ਹੀ ਸੁੱਟ ਦਿੱਤਾ, ਕੱਪੜੇ ਪਾਏ, ਬੋਲੀਆਂ ਪਾੜੀਆਂ ਦਿੱਤਾ ਕੇ ਉਹਨੂੰ ਕੰਟਰੋਲ ਪੈਪ ਲਾ ਕੇ ਕੰਟਰੋਲ ਕਰਤਾ ਹੁੰਦਾ। ਪਰ ਲੀਕੀ ਹੱਲੇ ਉੱਥੇ ਹੋਰ ਵੀ ਸਿਲੰਡਰ ਮੌਜੂਦ ਸੀ? ਸਿਲੰਡਰ ਨਹੀਂ ਹੋਰ ਉੱਥੇ ਕੋਈ ਨਹੀਂ। ਸਾਡੇ ਕੋਲ ਤਕਰੀਬਨ 5:45 ਵਜੇ 2 ਪੇਸ਼ੈਂਟ ਆਏ ਨੇ, ਗੁਰਚਰਨ ਸਿੰਘ ਐਂਡ ਵੰਦਨਾ ਰਾਣੀ ਬਰਨ ਦੀ ਹਿਸਟਰੀ ਨਾਲ ਆਏ ਆ, ਜੋ ਕਿ ਸਿਲੰਡਰ ਫਟਣ ਨਾਲ ਦੱਸਿਆ ਜਾ ਰਿਹਾ। ਇਹਨਾਂ ਨੂੰ ਫਸਟ ਏਡ ਦੇ ਕੇ ਅਸੀਂ ਹਾਇਰ ਸੈਂਟਰ ਤੇ ਰੈਫਰ ਕਰ ਦਿੱਤਾ। ਖਾਲਸੇ ਦੀ ਆਨ ਸ਼ਾਨ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਹੋਲੇ ਮਹੱਲੇ ਦੇ ਪਹਿਲੇ ਪੜਾਅ ਦੀ ਸਮਾਪਤੀ ਗੁਰਦੁਆਰਾ ਸ਼੍ਰੀ ਪਤਾਲਪੁਰ ਸਾਹਿਬ ਵਿਖੇ ਖਾਲਸਾਈ ਰਵਾਇਤਾਂ ਦੇ ਅਨੁਸਾਰ ਹੋਈ। ਇਸ ਮੌਕੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਦੇ ਵੱਲੋਂ ਸਮਾਪਤੀ ਦੀ ਅਰਦਾਸ ਕੀਤੀ ਗਈ। 14 ਮਾਰਚ ਤੋਂ ਗੁਰਦੁਆਰਾ ਸ਼੍ਰੀ ਪਤਾਲਪੁਰ ਸਾਹਿਬ ਵਿਖੇ ਸ਼ੁਰੂ ਹੋਏ ਹੋਲੇ ਮਹੱਲੇ ਦੇ ਪਹਿਲੇ ਪੜਾਅ ਦੀ ਸਮਾਪਤੀ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਨਾਲ ਹੋ ਗਈ। ਸਮਾਪਤੀ ਦੀ ਅਰਦਾਸ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਦੇ ਵੱਲੋਂ ਕੀਤੀ ਗਈ ਹੈ। ਇਸ ਮੌਕੇ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਗੁਰਦੁਆਰਾ ਪਤਾਲਪੁਰ ਸਾਹਿਬ ਵਿਖੇ ਦਰਸ਼ਨਾਂ ਲਈ ਪਹੁੰਚੀਆਂ ਤੇ ਸੰਗਤਾਂ ਦੇ ਲਈ ਗੁਰੂ ਘਰ ਵਿਖੇ ਵੱਖ-ਵੱਖ ਸੇਵਾ ਸੁਸਾਇਟੀਆਂ ਵੱਲੋਂ ਗੁਰੂ ਕੇ ਲੰਗਰ ਅਤੁੱਟ ਵੀ ਲਗਾਏ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਲੇ ਮਹੱਲੇ ਦਾ ਪਹਿਲਾ ਪੜਾਅ ਜੋ ਗੁਰਦੁਆਰਾ ਪਤਾਲਪੁਰ ਸਾਹਿਬ ਜੀ ਤੋਂ 14 ਤਰੀਕ ਨੂੰ ਆਰੰਭ ਹੋਇਆ ਸੀ, ਅੱਜ 16 ਤਰੀਕ ਨੂੰ ਪਹਿਲੇ ਪੜਾਅ ਦੀ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਦੇ ਨਾਲ ਸੰਪੂਰਨਤਾ ਹੋ ਚੁੱਕੀ ਹੈ।
ਬਹੁਤ ਵੱਡੀ ਗਿਣਤੀ ਦੇ ਸੰਗਤਾਂ ਗੁਰਦੁਆਰਾ ਪਤਾਲਪੁਰੀ ਸਾਹਿਬ ਔਰ ਹੋਰ ਸਥਾਨਾਂ ਦੇ ਹਾਜ਼ਰੀ ਭਰ ਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੀਆਂ ਨੇ। ਅੱਜ ਦੇ ਇਹਨਾਂ ਸਮਾਗਮਾਂ ਦੇ ਵਿੱਚ ਜਿੱਥੇ ਬਹੁਤ ਵੱਡੀ ਗਿਣਤੀ ਦੇ ਸੰਗਤਾਂ ਪਹੁੰਚੀਆਂ ਹੋਈਆਂ ਨੇ, ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਜੀ ਚਾਵਲਾ, ਸਾਬਕਾ ਸੀਨੀਅਰ ਮੀਤ ਪ੍ਰਧਾਨ ਸਰਦਾਰ ਸੁਰਜੀਤ ਸਿੰਘ ਜੀ ਭੇਟੇਵੱਡ, ਸਕੱਤਰ ਸਰਦਾਰ ਹਰਜੀਤ ਸਿੰਘ ਜੀ ਲਾਲੂ ਘੁੰਮਣ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਅਧਿਕਾਰੀ ਕਰਮਚਾਰੀ ਜੋ ਸੇਵਾਵਾਂ ਕਰਨ ਵਾਸਤੇ ਪਹੁੰਚੇ ਹੋਏ ਨੇ। ਸਾਰਿਆਂ ਦਾ ਹੀ ਬਹੁਤ ਧੰਨਵਾਦ ਔਰ ਸਮੁੱਚੀਆਂ ਸੰਗਤਾਂ ਨੂੰ ਬਹੁਤ ਜੀ ਆਇਆਂ ਜਿਨ੍ਹਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕੀਤੀ ਹੈ। ਸਮੁੱਚੀ ਸੰਗਤ ਨੂੰ ਬੇਨਤੀ ਹੈ ਕਿ ਜੋ ਕੱਲ੍ਹ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ 17 ਮਾਰਚ ਨੂੰ ਦੂਜੇ ਪੜਾਅ ਦੀ ਆਰੰਭਤਾ ਹੋਣੀ ਹੈ, ਜਿਸ ਦੀ ਸੰਪੂਰਨਤਾ 19 ਮਾਰਚ ਨੂੰ ਦੁਪਹਿਰ 12 ਵਜੇ ਮਹੱਲੇ ਦੇ ਨਾਲ ਮਹੱਲਾ ਆਰੰਭ ਕਰਕੇ ਮਹੱਲੇ ਦੀ ਸਮਾਪਤੀ ਹੋਣ ਤੇ ਸੰਪੂਰਨਤਾ ਹੋਣੀ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਮਹੱਲੇ ਦੇ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ, ਕਿਉਂਕਿ ਇਹ ਪਾਵਨ ਪਵਿੱਤਰ ਤਿਉਹਾਰ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਪਣੇ ਖਾਲਸੇ ਨੂੰ ਆਪ ਬਖਸ਼ਿਸ਼ ਕੀਤਾ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਗੁਰਦੁਆਰਾ ਪਤਾਲਪੁਰੀ ਸਾਹਿਬ ਅਤੇ ਹੋਰਨਾਂ ਅਸਥਾਨਾਂ ਤੇ ਹਾਜ਼ਰੀਆਂ ਭਰ ਕੇ ਦਰਸ਼ਨ ਦੀਦਾਰੇ ਕਰਕੇ ਆਪਣਾ ਜੀਵਨ ਸਫਲਾ ਕਰੀਏ। ਸਮੁੱਚੇ ਖਾਲਸਾ ਪੰਥ ਨੂੰ ਖਾਲਸੇ ਦੇ ਕੌਮੀ ਤਿਉਹਾਰ ਹੋਲੇ ਮਹੱਲੇ ਦੀਆਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ। ਕਾਂਗਰਸ ਪਾਰਟੀ ਦੀ ਕਿੱਥੋਂ ਕਮਜ਼ੋਰੀ ਰਹੀ, ਇਸ ਗੱਲ ਦਾ ਮੰਥਨ ਕੀਤਾ ਜਾ ਰਿਹਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਭਾਰਤ ਭੂਸ਼ਣ ਨੇ ਚੰਡੀਗੜ੍ਹ ਵਿੱਚ ਕੀਤਾ। ਉਹ ਅੱਜ ਪੱਤਰਕਾਰਾਂ ਦੇ ਸਵਾਲਾਂ ਤੇ ਖਿੱਚਦੇ ਹੋਏ ਵੀ ਨਜ਼ਰ ਆਏ। ਐਨਾਲਿਸਿਸ ਕੀ ਕਰੂੰਗੇ? ਅੰਦਰ ਜਾਵਾਂਗੇ, ਬੈਠਾਂਗੇ, ਸਾਹ ਨਾਲ ਜੋ ਸਾਰਿਆਂ ਦੇ ਮਨ 'ਚ ਗੱਲ ਕਰਾਂਗੇ। ਇਲੈਕਸ਼ਨ ਹਾਰੇ ਆ, ਲੋਕਾਂ ਨੇ ਜੋ ਵਰਡਿਕਟ ਦਿੱਤਾ ਸਾਰਿਆਂ ਨੇ ਮੰਨਿਆ, ਪਾਰਟੀ ਨੇ ਮੰਨਿਆ, ਪਾਰਟੀ ਦੇ ਸੀਨੀਅਰ ਲੀਡਰਸ ਨੇ ਮੰਨਿਆ। ਹੁਣ ਇਹਦੇ ਵਿੱਚ ਸਾਡੀ ਕਮਜ਼ੋਰੀ ਕਿੱਥੇ ਰਹੀ ਹੈ? ਅੰਦਰ ਬੈਠ ਕੇ सिद्धू साहब सर अंतर्कलह जो कांग्रेस में देखने को मिली चुनाव से पहले, क्या नहीं होगी डिस्कस? लगता है कि अंदर तो जाने तो आशु जी ਤੁਹਾਡੇ ਹਲਕੇ ਚ ਕੀ ਕਾਰਨ ਹੈ? मेरी कमजोरियां रही ਕੀ ਕਮਜ਼ੋਰੀ ਰਹੀ ਹੈ ਜੀ? ਉਹੀ सोच रहे हो। ਕੋਈ 4 ਦਿਨ ਚ ਕੁਝ ਤਾਂ ਐਨਾਲਿਸਿਸ ਕੀਤਾ ਹੋਊਗਾ। दोस्त मेरे ਹੁਣ ਸਾਰਾ ਕੁਝ ਤੈਨੂੰ ਦੇਖ ਕੇ ਦੇ ਦਿਆ। ਅੱਧੀ ਕਲੇਸ਼ ਤਾਂ ਤੁਸੀਂ ਹੀ ਕਰਾ ਦਿੰਦੇ ਹੋ ਸਾਰੇ। ਨਹੀਂ ਸਿੱਧੂ ਰੁਕਤਾ ਜਾਓ ਯਾਰ, ਰੁਕਤਾ ਜਾਓ, ਕਾਂਗਰਸ ਰੁਕਤਾ ਜਾਓ, ਸਾਨੂੰ ਗੱਲ ਤਾਂ ਕਰ ਲੈਣ ਦਿਓ ਅੰਦਰ। ਸਰ ਪ੍ਰੀਲਿਮਿਨਰੀ ਮੀਟਿੰਗ ਇੱਥੇ ਹੈ, ਦੋਸਤ ਅੰਦਰ ਤਾਂ ਜਾ ਲੈਂਦੇ ਆ। ਤੁਸੀਂ ਨਾਰਾਜ਼ ਹੋ ਰਹੇ ਹੋ? ਨਾਰਾਜ਼ ਨਹੀਂ ਹੋ ਰਹੇ। ਕਿਸ ਨੂੰ ਲਗਾਉਣਾ ਹੈ ਤੇ ਕਿਸ ਨੂੰ ਹਟਾਉਣਾ ਹੈ, ਇਹ ਪਾਰਟੀ ਦੀ ਹਾਈ ਕਮਾਂਡ ਤੈਅ ਕਰਦੀ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਮੋਗਾ ਤੋਂ ਕਾਂਗਰਸੀ ਵਿਧਾਇਕ ਮਾਲਵਿਕਾ ਸੂਦ ਨੇ ਕੀਤਾ। ਉਹਨਾਂ ਕਿਹਾ ਕਿ ਇਸ ਵਾਰ ਵੋਟਰ ਆਪ ਦੀ ਹਵਾ ਵੱਲ ਸੀ, ਇਸੇ ਕਰਕੇ ਬਾਕੀ ਪਾर्टियां ਦੀ हार हुई है। आपकी क्या राय है इसके ऊपर? मेरे को लगता है ये सब डिसीजन जो है हाई कमांड के हैं। कहीं ना कहीं हम एज ए कैंडिडेट हमारा नहीं बनता कि हम इस पर बोलें। ये जो है हाई कमांड के डिसीजन हैं, उन्होंने जो डिसीजन लिया होगा कुछ सोच समझ के लिया होगा, लेकिन समय था, वेव थी, वेव के साथ लोग चले हैं। डिसीजन जो है सिर आंखों पे ऐसे ही मेहनत करते रहेंगे। पर आपके एक साथी है, आपका एक साथी गुरप्रीत जीपी, वो तो सीधे तौर पर ये कह गए हैं कि चरणजीत सिंह चन्नी को सीएम फेस नहीं बनाना चाहिए था और उनकी वजह से ही पार्टी को सबसे बड़ी हार है वो झेलनी पड़ी है। मेरे को लगता है कि अकेला एक इंसान नहीं होता जो हार के पीछे होता है, कहीं ना कहीं इंडिविजुअल्स पे भी डिपेंड करता है, लेकिन समय शायद नहीं था सही और समय फिर से वापस लौट के आएगा और अच्छा समय जल्दी आएगा। काम करना पड़ेगा पार्टी को, इतना स्ट्रॉन्ग बनना पड़ेगा कि पार्टी तो पहले ही बिखरी पड़ी थी और अब फिर से वही चीज़ें चल रही पार्टी में। कोई बात नहीं, पार्टी बिखरी है तो कोई बात नहीं, ऐसे ही जोड़ेंगे। जब भी कहते हैं कि कुछ टूटता है तो वो जो उम्मीद की लहर है वो ज़रूर आती है और वो उम्मीद ज़रूर है लोगों का। कहीं ना कहीं आप मेरी कॉन्स्टिट्यूएंसी की बात करेंगे, लोग बहुत निराश हैं कि क्या हुआ है। उनको उम्मीद थी कि मालविका सूद जीतेगी और मालविका सूद को भी पूरा विश्वास है कि आने वाले समय में मालविका सूद। आपने क्या फीडबैक दिया? आपने क्या फीडबैक दिया? क्या दिया फीडबैक? फीडबैक यही था कि कोई बात नहीं, कहीं ना कहीं शायद वेव के साथ जो है वोटर्स चले गए हैं, लेकिन आने वाले समय में कांग्रेस की फिर से वेव आएगी और हर कोई जो है वोटर्स हैं कांग्रेस पे विश्वास करेंगे। थैंक यू। ਕਾਂਗਰਸ ਪਾਰਟੀ ਦੀ ਹਾਰ ਤੋਂ ਬਾਅਦ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੇ ਕਾਂਗਰਸ ਦੀ ਹਾਰ ਪਿੱਛੇ ਚਰਨਜੀਤ ਚੰਨੀ ਨੂੰ ਜ਼ਿੰਮੇਵਾਰ ਠਹਿਰਾਇਆ। ਜੀਪੀ ਨੇ ਕਿਹਾ ਕਿ ਚਰਨਜੀਤ ਚੰਨੀ ਗਰੀਬ ਨਹੀਂ ਹੈ, ਉਹ ਬੇਸ਼ੁਮਾਰ ਜਾਇਦਾਦ ਦਾ ਮਾਲਕ ਹੈ। ਜੀਪੀ ਨੇ ਇਹ ਵੀ ਕਿਹਾ ਕਿ ਮੈਨੂੰ ਹਰਾਉਣ ਲਈ ਚੰਨੀ ਨੇ ਹਲਕੇ ਵਿੱਚ ਕਰੋੜਾਂ ਰੁਪਏ ਖਰਚ ਕੀਤੇ ਸਨ। ਦਲਿਤ ਸਭ ਤੋਂ ਟੁੱਟ ਗਿਆ। ਜਿਹੜਾ ਹਿੰਦੂ ਹੈ, ਹਿੰਦੂ ਨੇ ਸਾਨੂੰ ਵੋਟ ਦਿੱਤੀ, ਜੱਟ ਨੇ ਨਹੀਂ ਪਾਈ। ਠੀਕ ਹੈ ਨਾ, ਦਲਿਤ ਤੇ ਭਰੋਸਾ ਨਹੀਂ ਕਿਹਾ ਕਿ ਕੋਈ ਦਲਿਤ ਚੀਫ ਮਿਨਿਸਟਰ। ਇਹ ਤਾਂ ਮੈਂ ਤਾਂ ਪਹਿਲਾਂ ਵੀ ਮੀਡੀਆ ਬੋਲ ਕੇ ਇਹ ਦਲਿਤ ਚੀਫ ਮਿਨਿਸਟਰ ਅਮੀਰ ਹੈ, ਇਹ ਤੇ ਮਹਿਲ ਦੇਖ ਲਓ ਜਾ ਕੇ, ਘਰ ਦੇਖ ਲਓ, ਤੁਸੀਂ ਸਾਰੇ ਹੈਗੇ ਹੋ, ਤੁਸੀਂ ਦੇਖੋ ਤੁਸੀਂ ਕਿੱਥੋਂ ਕਿੰਨੀਆਂ ਪ੍ਰਾਪਰਟੀਆਂ, ਕਿੰਨੀਆਂ ਨਾ ਕੋਈ ਗੱਡੀਆਂ ਨੇ, ਇਹ ਕੋਈ ਗਰੀਬ ਨੇ। ਤੇ ਅੱਜ ਲੋਕਾਂ ਨੇ ਤਾਂ ਹੀ ਪਸੰਦ ਨਹੀਂ ਕੀਤਾ ਵੀ ਕਾਂਗਰਸ ਇਸ ਗੱਲ ਦੀ
ਇਹਨਾਂ ਗਲਤੀ ਕੀਤੀ ਹੈ ਵੀ ਜਿਹੜਾ ਚਿਹਰਾ ਇਹ ਬਿਲਕੁਲ ਝੂਠ ਦਿੱਤਾ ਕਿ ਇਹ ਦਲਿਤ ਨਹੀਂ, ਦਲਿਤ ਨੌਨ ਝੂਠ ਵੀ ਐਸੀ ਝੂਠ ਹੈਗਾ, ਪਰ ਇਹ ਬਹੁਤ ਜ਼ਿਆਦਾ ਅਮੀਰ ਆਦਮੀ ਹੈ, ਇਹਨਾਂ ਹਰ ਚੀਜ਼ ਨੂੰ ਮੈਨੇਜ ਕਰਨੀ ਕੰਟਰੋਲ ਕਰਦੇ ਹੈ। ਮੇਰੇ ਵਿਰੁੱਧ ਘੱਟੋ ਘੱਟ 5 ਕਰੋੜ ਦੇ ਕਰੀਬ ਇਹਨੇ ਖਰਚਿਆ ਤਾਂ ਕਿ ਜੀਪੀ ਹਾਰੇ। ਯਾਰ ਗੱਲ ਸੁਣ, ਜਿਹੜਾ ਚੀਫ ਮਿਨਿਸਟਰ ਕਾਂਗਰਸ ਪਾਰਟੀ ਨੇ ਐਲਾਨ ਕੀਤਾ ਹੋਵੇ ਤੇ ਉਹ ਕਾਂਗਰਸ ਪਾਰਟੀ ਦੀ ਬਹੁਤਾ ਕਰੇ, ਆਪਦੇ ਭਰਾ ਨੂੰ ਕਾਬੂ ਨਾ ਕਰੇ, ਨਾਲੇ ਬੋਲ ਕੇ ਕਹਿ ਰਿਹਾ ਮੀਡੀਆ ਜਦੋਂ ਇੰਟਰਵਿਊ ਹੋਈ ਹੈ ਕਿ ਅਸੀਂ ਤਾਂ ਇੱਕੋ ਛੱਤ ਤੇ ਭਰਾ, ਯਾਰ ਇੱਕੋ ਛੱਤ ਤੇ ਰਹਿੰਦੇ ਪਏ, ਕਾਂਗਰਸ ਦੀ ਵਿਰੋਧਤਾ ਕਰਨੀ ਹੈ, ਕਾਂਗਰਸ ਪਾਰਟੀ ਨੂੰ ਤੰਗ ਕਰਨਾ, ਕਿਉਂ ਨਹੀਂ ਘਰੋਂ ਬਾਹਰ ਕੱਢਿਆ ਗਿਆ ਭਰਾ ਨੂੰ ਇੱਦਾਂ ਨੂੰ, ਕਿਉਂ ਨਹੀਂ ਨੱਥ ਪਾਈ? ਅੱਜ ਉਹੀ ਆਮ ਪਾਰਟੀ ਦੀ ਸਪੋਰਟ ਕਰ ਰਿਹਾ, ਜੇ ਕੋਲ ਤਾਂ ਹਫ਼ਤਾ ਨਹੀਂ ਨਿਕਲਿਆ, ਅੱਜ ਤਾਂ 5 ਦਿਨ ਆਏ ਰਿਜ਼ਲਟ ਨੂੰ ਹੋਏ ਨੂੰ, ਅੱਜ ਉਹ ਆਮ ਪਾਰਟੀ ਭਗਵੰਤ ਮਾਨ ਦੀ ਸਪੋਰਟ ਕਰ ਰਿਹਾ, ਭਰਾ ਬਾਰੇ ਕੁਝ ਬੋਲ ਹੀ ਨਹੀਂ ਰਿਹਾ, ਐਕਸੈਪਟ ਵੀ ਨਹੀਂ ਕਰ ਰਿਹਾ ਸਾਡੀ ਹਾਰ ਕੀ ਹੋਈ ਹੈ। ਚਲੋ ਵਿਰੋਧ ਦਰਜ ਕਰਾ ਲਿੱਤਾ ਹੈ, ਲੇਕਿਨ ਅਗਰ ਇਸ ਵਿਰੋਧ ਦੇ ਉੱਪਰ ਐਕਸ਼ਨ ਨਹੀਂ ਹੁੰਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਗੁਰਪ੍ਰੀਤ ਜੀਪੀ ਦਾ ਕਦਮ ਕੀ ਹੋਊਗਾ? ਮੇਰਾ ਕਦਮ ਗੱਲ ਇਹ ਹੈ ਵੀ ਮੈਂ ਪਾਰਟੀ ਦੇ ਨਾਲ ਹਾਲੇ ਟਾਈਮ ਹੈ, ਹਾਲੇ ਆਪਾਂ ਸਾਰੀ ਸੋਚਾਂਗੇ ਕੀ ਹੈ, ਹਾਲੇ ਪਾਰਟੀਆਂ ਇੱਕ ਦੂਜੇ ਨਾਲ ਮੀਟਿੰਗ ਕਰਨਗੇ, ਸਾਰੇ ਮੀਟਿੰਗ ਕਰਨਗੇ, ਅਸੀਂ ਆਉਣ ਵਾਲਾ ਟਾਈਮ ਜਾ। ਜੀਪੀ ਸਾਹਿਬ ਜਿਹੜਾ ਐਲਾਨ ਹੈਗਾ ਉਹ ਰਾਹੁਲ ਗਾਂਧੀ ਨੇ ਕੀਤਾ ਸੀ, ਰਾਹੁਲ ਗਾਂਧੀ ਨੇ ਜਿਸ ਦਿਨ ਐਲਾਨ ਕੀਤਾ ਸੀ ਤੁਹਾਡੇ ਵੀ ਯਾਦ ਹੋਏਗਾ, ਅਸੀਂ ਗਰੀਬ ਘਰ ਦਾ ਆਮ ਜਿਹਾ ਮੁੱਖ ਮੰਤਰੀ ਬਣਾਉਣ ਜਾ ਰਹੇ ਹਾਂ, ਇਹ ਸ਼ਬਦ ਸੀ ਰਾਹੁਲ ਗਾਂਧੀ ਦੇ। ਇਹ ਤਾਂ ਚੰਡੀਗੜ੍ਹ ਤੋਂ ਖਰੜ ਨੂੰ ਪਤਾ ਲੱਗਦਾ, ਨਿੱਕੀ ਰਾਹੁਲ ਨੂੰ ਇਹ ਗੱਲ ਦਾ ਪਤਾ ਨਹੀਂ ਲੱਗਿਆ। ਰਾਹੁਲ ਨੂੰ ਮਿਸਗਾਈਡ ਕੀਤਾ ਗਿਆ, ਰਾਹੁਲ ਗਾਂਧੀ ਨੂੰ ਮਿਸਗਾਈਡ ਕੀਤਾ ਗਿਆ, ਉਹਨੂੰ ਪ੍ਰੋਪਰ ਗੱਲ ਕੀਤੀ, ਰਿਪੋਰਟ ਤੇ ਕਾਂਗਰਸੀਆਂ ਨੇ ਦਿੱਤੀ ਸੀ, ਜਿਹਦੇ ਵਿੱਚ ਵਿਚੋਲੇ ਸੀ, ਕਿਹੜੇ ਵਿੱਚ ਵਿਚੋਲੇ? ਸਾਡੇ ਐਮਐਲਏ ਵੀ ਸੀਗਾ ਜੀ, ਜਿਹੜੇ ਕਹਿੰਦੇ ਸੀ ਮੁੱਖ ਮੰਤਰੀ ਬਹੁਤ ਚਿਹਰਾ ਬੜਾ ਵਧੀਆ, ਕਹਿੰਦੇ ਲੋਕੀ ਪੋਸਟਰ ਅਖਬਾਰਾਂ ਨੂੰ ਕੱਢ ਕੇ ਲਾ ਰਹੇ ਆ, ਮੈਂ ਕਿਹਾ ਹੁਣ ਕਿੰਨੇ ਦੇ ਹਾਰੇ ਹੋ? ਕਹਿੰਦਾ ਕੋਈ 35,000 ਦੇ ਹਾਰੇ, ਕੋਈ 40,000 ਦੇ ਹਾਰੇ, ਠੀਕ ਹੈ ਨਾ, ਕੋਈ 50,000 ਤੇ ਵੀ ਆ ਰਿਹਾ, ਕੋਈ 60,000 ਤੇ ਵੀ ਆ ਰਿਹਾ। ਮੈਂ ਜੇ ਚਿਹਰਾ ਹੁੰਦਾ ਤਾਂ ਇਹ ਹਾਲ ਨਾ ਹੁੰਦਾ ਆਪਣਾ, ਇਹ ਜੇ ਚਿਹਰਾ ਵਧੀਆ ਹੁੰਦਾ ਤਾਂ ਇਹ ਹਾਲ ਨਾ ਹੁੰਦਾ। ਮਨਪ੍ਰੀਤ ਬਾਲ ਦੀ 60,000 ਤੇ ਨਾ ਹਾਰ 63,000 ਮੈਂ 60,000 ਤੇ ਨਾ ਹਾਰ ਦੇ ਜੇ ਚਿਹਰਾ ਵਧੀਆ ਹੁੰਦਾ। ਜੀਪੀ ਸਾਹਿਬ, ਸਾਨੂੰ ਬਦਲਾਅ ਨੂੰ ਪੋਜ਼ਿਟਿਵ ਤਰੀਕੇ ਨਾਲ ਲੈਣਾ ਚਾਹੀਦਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸਾਬਕਾ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਕੀਤਾ। ਉਹਨਾਂ ਕਿਹਾ ਕਿ ਇਸ ਵਾਰ ਲੋਕਾਂ ਨੇ ਨਵੀਂ ਟੀਮ ਨੂੰ ਮੌਕਾ ਦਿੱਤਾ ਹੈ, ਪਰ ਹੁਣ ਲੋੜ ਹੈ ਪੰਜਾਬ ਦਾ ਕੰਮ ਕਰਨ ਦੀ। ਪ੍ਰਗਟ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਹਾਰ ਲਈ ਮੰਥਨ ਕਰ ਰਹੀ ਹੈ। ਕਿਵੇਂ ਦੇਖਦੇ ਹੋ ਉਸ ਗੱਲ ਨੂੰ? ਦੇਖੋ, ਸਿੰਪਲੀ ਰੋਕ ਲਓ, ਪੰਜਾਬ ਨੂੰ ਸਮੱਸਿਆਵਾਂ ਬਹੁਤ ਹੈਗੀਆਂ, ਸੋ ਉਹਦੇ ਚੋਂ ਨਿਕਲਣ ਦੀ ਗੱਲ ਜ਼ਰੂਰਤ ਹੈਗੀ ਆ, ਸਾਨੂੰ ਮਿਹਨਤ ਕਰਨ ਦੀ ਜ਼ਰੂਰਤ ਹੈ। ਨਵੀਂ ਸਰਕਾਰ ਆਈ ਆ, ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਔਰ ਇਹ ਆਸ ਕਰਦਾ ਕਿ ਉਹ ਚੰਗਾ ਕੰਮ ਕਰਨਗੇ। ਜਿਹੜੀਆਂ ਗਲਤੀਆਂ ਪਿਛਲੀਆਂ ਸਰਕਾਰਾਂ ਨੇ ਕੀਤੀਆਂ ਉਹ ਗਲਤੀਆਂ ਨਹੀਂ ਦੁਹਰਾਉਣਗੇ ਔਰ ਚੰਗੀ ਸੋਚ ਲੈ ਕੇ ਅੱਗੇ ਵਧਣਗੇ। ਕਾਂਗਰਸ ਦਾ ਸੰਕਟ ਕਿਵੇਂ ਹੱਲ ਹੋਏਗਾ ਤੁਹਾਡੇ ਮੁਤਾਬਕ? ਹੋ ਜਾਊਗਾ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਕਿਸੇ ਟਾਈਮ ਜਿਹੜੀ ਆ ਕਾਂਗਰਸ ਬਹੁਤ ਥੱਲੇ ਵੀ ਚਲੇ ਗਈ ਸੀ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਇਹ ਬਦਲਾਅ ਹੈਗਾ ਔਰ ਬਦਲਾਅ ਨੂੰ ਪੋਜ਼ਿਟਿਵਲੀ ਲੈਣਾ ਚਾਹੀਦਾ। ਸਾਨੂੰ ਜਿਹੜੀਆਂ ਚੀਜ਼ਾਂ ਹੋਰ ਨਵੀਆਂ ਕਰਨ ਦੀ ਜ਼ਰੂਰਤ ਹੈ, ਫਰੈਸ਼ ਬਲੱਡ ਨੂੰ ਇੰਡਕਟ ਕਰਨ ਦੀ ਜ਼ਰੂਰਤ ਹੈਗੀ ਆ। ਸੋ ਪ੍ਰਗਟ ਜੀ, ਆਪਸੀ ਬਿਆਨਬਾਜ਼ੀ ਲੱਗਦਾ ਨਹੀਂ ਹੈਗਾ ਕਿ ਆਪਸੀ ਬਿਆਨਬਾਜ਼ੀ ਨੇ ਨੁਕਸਾਨ ਕਰਤਾ ਪਾਰਟੀ? ਨਹੀਂ, ਕੋਈ ਗੱਲ ਨਹੀਂ, ਜਿਹੜਾ ਹੁਣ ਹੋ ਗਿਆ। ਜਦੋਂ ਜਾਗੋ ਉਦੋਂ ਸਵੇਰਾ, ਹਰ ਰੋਜ਼ ਨਵਾਂ ਸੂਰਜ ਚੜ੍ਹਦਾ। ਸੋ ਮੈਂ ਇਹਨੂੰ ਪੋਜ਼ਿਟਿਵਲੀ ਦੇਖਦਾ ਹੁੰਨਾ, ਨੈਗੇਟਿਵਲੀ ਜਾਖੜ ਸਾਹਿਬ ਲਗਾਤਾਰ ਟਵੀਟ ਬੰਬ ਸੁੱਟ ਰਹੇ ਨੇ, ਬਿਆਨਬਾਜ਼ੀ ਕਰ ਰਹੇ ਨੇ। ਕੋਈ ਗੱਲ ਨਹੀਂ, ਇਹ ਤੁਹਾਨੂੰ ਸਮਾਂ ਤੇ ਖਬਰ ਮਿਲਦੀ ਹੈਗੀ ਆ, ਤਾਂ ਹੀ ਤਾਂ ਤੁਹਾਨੂੰ ਖਬਰ ਮਿਲਦੀ ਆ, ਨਹੀਂ ਤਾਂ ਤੁਹਾਨੂੰ ਕਿੱਥੋਂ ਮਿਲੇ? ਇੱਕ ਸੀਨੀਅਰ ਆਗੂ ਇਕੱਠੇ ਹੋ ਗਏ ਇੱਕ ਫਰੰਟ ਤੇ, ਉਹ ਵੀ ਕਹਿੰਦੇ ਨੇ ਕਿ ਇੱਕ ਪਰਿਵਾਰ ਤੋਂ ਛਡਾਉਣਾ ਚਾਹੀਦਾ ਕਾਂਗਰਸ, ਜਿਹੜੇ ਦਿੱਲੀ ਮੀਟਿੰਗ ਹੋਈ ਹੈ। G23 ਕਹਿੰਦੇ, ਕਪਲ ਸਿੰਬਲ ਕਹਿੰਦੇ ਨੇ ਕਿ ਇੱਕ ਪਰਿਵਾਰ ਤੋਂ ਖਹਿੜਾ ਛਡਾਓ ਤੇ ਕਾਂਗਰਸ ਸਭ ਦੀ ਬਣੇ। ਨਹੀਂ, ਸਭ ਦੀ ਬਣੇ, ਚਲਾਉਣੀ, ਕਿਉਂਕਿ ਇਹ ਚਲਾਉਣੀਆਂ ਵੀ ਹੁੰਦੀਆਂ ਪਾਰਟੀਆਂ, ਇੰਨਾ ਸੌਖੀ ਗੱਲ ਨਹੀਂ ਹੈ। ਬਹੁਤ ਵੱਡਾ ਦੇਸ਼ ਹੈ, ਬਹੁਤ ਵੱਡਾ ਤੰਤਰ ਹੈਗਾ। ਸੋ ਮੈਂ ਕਿਸੇ ਵੀ ਇੰਡੀਵਿਜੂਅਲ ਤੇ ਕੋਈ ਕਮੈਂਟ ਨਹੀਂ ਕਰਦਾ, ਲੇਕਿਨ ਹਾਂ ਸਾਨੂੰ ਉਹਦੇ ਤੇ ਮੰਥਨ ਕਰਨ ਦੀ ਜ਼ਰੂਰਤ ਹੈ ਔਰ ਸਾਨੂੰ ਅੱਗੇ ਵਧਣ ਦੀ ਜ਼ਰੂਰਤ ਹੈ। ਥਾਣਾ ਸਦਰ ਪੱਟੀ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਗਸ਼ਤ ਦੌਰਾਨ ਇੱਕ ਔਰਤ ਕੋਲੋਂ 1030 ਗੋਲੀਆਂ ਅਤੇ 24,500 ਡਰੱਗ ਮਨੀ ਬਰਾਮਦ ਕੀਤੀ। ਬਹਰਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲੇਡੀਜ਼ ਆ ਕੋਟ ਬੁੱਢੇ ਦੀ ਪਰਮਿੰਦਰ ਕੌਰ ਪਤਨੀ ਰਵਿੰਦਰਪਾਲ ਵਾਸੀ ਕੋਟ ਬੁੱਢਾ। ਕੱਲ ਅਸੀਂ ਪੁਲਿਸ ਪਾਰਟੀ ਦੇ ਨਾਲ ਕੋਟ ਬੁੱਢੇ ਗਸ਼ਤ ਕਰਦੇ ਪਏ ਸਾਂ ਤੇ ਇੱਕ ਵੱਡੀ ਗਲੀ ਦੇ ਵਿੱਚੋਂ ਗੁਜ਼ਰ ਰਹੇ ਸਾਂ ਤੇ ਇੱਕ ਦੁਕਾਨ ਦੇ ਸਾਹਮਣੇ ਇੱਕ ਖੜੀ ਸੀ ਤੇ ਇੱਕ ਲਿਫਾਫਾ ਇਹਦੇ ਹੱਥ ਸੀਗਾ। ਲਿਫਾਫਾ ਇਹਨੇ ਪੁਲਿਸ ਪਾਰਟੀ ਨੂੰ ਵੇਖ ਕੇ ਥੱਲੇ ਸੁੱਟਤਾ ਤੇ ਸ਼ੱਕ ਦੀ ਬਣਾ ਕੇ ਇਹਨੂੰ ਕਾਬੂ ਕੀਤਾ। ਮਹਿਲਾ ਪੁਲਿਸ ਦੀ ਮਦਦ ਨਾਲ ਤੇ ਇਹਨੂੰ ਲਿਫਾਫੇ ਦੀ ਤਲਾਸ਼ੀ ਕੀਤੀ ਤਾਂ ਉਹਦੇ ਵਿੱਚੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ, ਜਿਹੜੀਆਂ ਗਿਣਤੀ ਕੀਤੀਆਂ ਤਾਂ 1030 ਗੋਲੀਆਂ ਬਰਾਮਦ ਹੋਈਆਂ ਤੇ ਉਸੇ ਲਿਫਾਫੇ ਵਿੱਚੋਂ ਜਿਹੜੀ ਵਟਕ ਕੀਤੀ ਹੋਈ ਡਰੱਗ ਮਨੀ
21,500 ਰੁਪਏ ਬਰਾਮਦ ਹੋਏ, ਜਿਸ ਦਾ ਪਰਚਾ ਦਰਜ ਕੀਤਾ ਗਿਆ NDPS ਐਕਟ ਤਹਿਤ, ਤੇ ਅਗਲੀ ਕਾਰਵਾਈ ਆਉਣ ਵਿੱਚ ਲਿਆਂਦੀ ਜਾ ਰਹੀ ਹੈ। ਇਹ ਸਰ ਕੱਲੀ ਲੇਡੀ ਸੀ ਕਿ ਹੋਰ ਵੀ ਇਹਦੇ ਨਾਲ ਕੋਈ? ਨਹੀਂ, ਹੋਰ ਕੋਈ ਨਹੀਂ ਸੀਗਾ, ਇਕੱਲੀ ਲੇਡੀਜ਼ ਸੀਗੇ। ਅਗਲੀ ਕਾਰਵਾਈ ਕੀ ਅਮਲ 'ਚ ਲਿਆਂਦੀ ਜਾ ਰਹੀ ਹੈ? ਅਗਲੀ ਕਾਰਵਾਈ ਇਹਨਾਂ ਤੋਂ ਪਤਾ ਕਰਾਂਗੇ ਵੀ ਇਹ ਕਿੱਥੋਂ ਲਿਆਉਂਦੀ ਆ ਤੇ ਕੌਣ ਇਹਨੂੰ ਦੇ ਕੇ ਜਾਂਦਾ, ਜਾਂ ਇਹ ਕਿੱਥੇ ਕੌਣ ਇਹਨਾਂ ਤੋਂ ਗਾਂਹ ਲੈ ਕੇ ਜਾਂਦਾ ਹੈ। ਜਾਰਡਨ ਵਿੱਚ ਹੋਏ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ 'ਚ ਪੰਜਾਬ ਦੇ ਖੰਨਾ ਸ਼ਹਿਰ ਦੀ ਧੀ ਨੇ 골ਡ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਤੇ ਅੱਜ ਖੰਨਾ ਪੁੱਜਣ ਤੇ ਰੋਡ ਸ਼ੋਅ ਕੱਢਿਆ ਗਿਆ ਤੇ ਸ਼ਹੀਨ ਗਿੱਲ ਦਾ ਜਗ੍ਹਾ ਸਨਮਾਨ ਵੀ ਕੀਤਾ ਗਿਆ। ਇਸ ਖਾਸ ਮੌਕੇ ਨਵੇਂ ਵਿਧਾਇਕ ਤਰਨਪ੍ਰੀਤ ਸਿੰਘ ਸੋਧ ਨੇ ਜ਼ਿਲ੍ਹੇ ਦੀ ਇਸ ਪਹਿਲੀ ਮਹਿਲਾ ਚੈਂਪੀਅਨ ਨੂੰ ਸਨਮਾਨਿਤ ਕੀਤਾ। ਉਹਨਾਂ ਕਿਹਾ ਕਿ ਪੰਜਾਬ ਵਿੱਚ ਖੇਡਾਂ ਦਾ ਮਿਆਰ ਸੁਧਾਰਿਆ ਜਾਵੇਗਾ। ਆਪਣੇ ਸ਼ਹਿਰ ਦੀ ਬੇਟੀ ਹੈ ਜਿਹੜੀ ਏਸ਼ੀਅਨ ਚੈਂਪੀਅਨਸ਼ਿਪ ਜਿੱਤ ਕੇ ਆਈ ਹੈ, ਕੀ ਮਹਿਸੂਸ ਕਰ ਰਹੇ ਹੋ ਜੀ? ਸਭ ਤੋਂ ਪਹਿਲਾਂ ਤਾਂ ਮੈਂ ਮੀਡੀਆ ਦਾ ਸਮਸਤ ਮੀਡੀਆ ਦਾ ਅੱਜ ਉਰੇ ਕਵਰੇਜ ਕਰਨ ਤੇ ਧੰਨਵਾਦ ਕਰਦਾ। ਅੱਜ ਹਲਕਾ ਖੰਨਾ ਵਾਸਤੇ, ਸਾਡੇ ਸ਼ਹਿਰ ਵਾਸਤੇ, ਖੰਨੇ ਦੇ ਬੜੇ ਮਾਣ ਮੱਤੇ ਵਾਲੀ ਗੱਲ ਹੈ। ਬਹੁਤ ਵੱਡੀ ਅੱਜ ਖੁਸ਼ੀ ਦਾ ਦਿਨ ਹੈ, ਦਿਹਾੜਾ ਹੈ ਕਿ ਅੱਜ ਸਾਡੀ ਬੱਚੀ ਧੀ, ਇਸ ਸ਼ਹਿਰ ਦੀ ਧੀ ਨੇ ਅੱਜ ਨਾ ਸਿਰਫ ਖੰਨੇ ਹਲਕੇ ਦਾ, ਪੂਰੇ ਪੰਜਾਬ ਦਾ ਤੇ ਪੂਰੇ ਭਾਰਤ ਦਾ ਨਾਮ ਵੱਡੇ ਲੈਵਲ ਤੇ ਉੱਤੇ ਰੌਸ਼ਨ ਕਰਤਾ, 4 ਚੰਨ ਲਾਤੇ। ਇਹ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਸੀਗੀ ਤੇ ਅਮਾਨ ਜਾਰਡਨ ਦੇ ਵਿੱਚ ਹੋਈ ਸੀ 2022 ਲੇਟੈਸਟ, ਤੇ ਇਹ ਤੋਂ ਬਾਅਦ ਕਾਫੀ ਵਰਲਡ ਚੈਂਪੀਅਨਸ਼ਿਪਸ ਨੇ ਤੇ ਇਹੀ ਸਾਡੀ ਸੀਗੇ ਜਿਹੜਾ ਕੰਪੀਟੀਸ਼ਨ ਜਿਹੜਾ ਕਿ ਕਾਊਂਟ ਹੁੰਦਾ ਅਗਲੇ ਕੰਪੀਟੀਸ਼ਨਸ ਲਈ। ਤੇ ਇਸ ਕੰਪੀਟੀਸ਼ਨ ਵਿੱਚ 21 ਕੰਟਰੀਜ਼ ਨੇ ਪਾਰਟਿਸਿਪੇਟ ਕੀਤਾ ਸੀਗਾ, ਜਿਹਦੇ ਵਿੱਚ ਕਿ ਮੇਰੀ ਸੈਮੀ ਫਾਈਨਲ ਬਾਊਟ ਸੀਗੀ ਕਜ਼ਾਕ ਨਾਲ ਤੇ ਫਾਈਨਲ ਬਾਊਟ ਸੀਗੀ ਉਜ਼ਬੇਕ ਨਾਲ। ਤਾਂ ਮੈਂ ਦੋਨੋਂ ਬਾਊਟਸ ਨੂੰ 5-0 ਦੀ ਲੀਡ ਨਾਲ ਜਿੱਤਿਆ ਤੇ ਬਾਕੀ ਸਾਰਿਆਂ ਦੀ ਬਲੇਸਿੰਗਸ ਤੇ ਸਾਰਿਆਂ ਦੇ ਬਲੇਸਿੰਗਸ ਐਜ਼ ਵੈਲ ਐਜ਼ ਹੋਪਸ ਸਾਰੀਆਂ ਦੀਆਂ ਸੀਗੀਆਂ ਮੇਰੇ ਨਾਲ, ਤਾਂ ਕਰਕੇ ਮੈਂ ਇਸ ਲੈਵਲ ਤੇ ਜਾ ਕੇ 골ਡ ਮੈਡਲ ਅਚੀਵ ਕਰਨ ਵਿੱਚ ਕਾਮਯਾਬ ਹੋਈ। ਤੇ ਬਾਕੀ ਮੇਰੇ ਕੋਚ ਅਜੀਤ ਬਖਸ਼ੀ ਤੇ ਮੇਰੇ ਪੇਰੈਂਟਸ ਸਾਰਿਆਂ ਨੇ ਮੇਰਾ ਬਹੁਤ ਸਾਥ ਦਿੱਤਾ, ਆਪਣੇ ਸਾਰੇ ਖੰਨੇ ਨੇ ਬਲੇਸਿੰਗਸ ਦਿੱਤੀਆਂ, ਬਹੁਤ ਹੀ ਵਧੀਆ ਲੱਗਿਆ। ਤੇ ਹੋਰ ਅੱਗੇ ਜਾਵਾਂਗੇ, 올림픽 'ਚ 골ਡ ਲਵਾਂਗੇ ਤੇ ਆਪਣੇ ਖੰਨੇ, ਆਪਣੇ ਦੇਸ਼ ਦਾ, ਆਪਣੇ ਸਾਰੇ ਸੂਬੇ ਦਾ ਨਾਮ ਰੋਸ਼ਨ ਕਰਾਂਗੇ। ਸਾਡੇ ਸ਼ਹਿਰ ਦੇ MLA ਤੁਹਾਨੂੰ ਇੱਥੇ ਸਨਮਾਨਿਤ ਕਰਨ ਵੀ ਆਏ ਨੇ, ਹੌਸਲਾ ਅਫਜ਼ਾਈ ਵੀ ਕੀਤੀ ਹੈ ਤੇ ਦਾਅਵੇ ਵੀ ਕੀਤੇ ਨੇ ਕਿ ਖੇਡਾਂ ਨੂੰ ਪ੍ਰਮੋਟ ਕਰਾਂਗੇ, ਕੀ ਮਹਿਸੂਸ ਕਰਦੇ ਹੋ? ਮੈਂ ਮਹਿਸੂਸ ਕਰਦਾ ਕਿ ਇਸ ਵਾਰ ਜੋ ਸਰ ਨੇ ਕਿਹਾ MLA ਸਰ ਨੇ ਕਿ ਹਾਂ ਹੋਰ ਕਰਾਂਗੇ, ਤਰੱਕੀਆਂ ਹੋਣਗੀਆਂ, ਆਈ ਐਕਸਪੈਕਟ ਦੈਟ ਕਿ ਹੋਣਗੀਆਂ। ਏਮ ਕੀ ਹੈ ਤੁਹਾਡਾ ਅੱਗੇ? ਏਮ ਕੀ ਹੈ ਬਾਕਸਿੰਗ ਦੇ ਵਿੱਚ, ਕਿੱਥੇ ਤੱਕ ਤੇ ਹੋਰ ਤੁਸੀਂ ਕੀ ਅੱਗੇ ਜਿਹੜੀ ਮਿਹਨਤ ਕਰਨੀ ਹੈ ਉਹ ਕਿਸ ਏਮ ਨੂੰ ਲੈ ਕੇ ਕਰੋਗੇ? ਫਸਟਲੀ ਜਿਹੜਾ ਹੁਣ ਮੇਰਾ ਮੇਨ ਏਮ ਹੈ ਉਹ ਹੈ ਵਰਲਡ ਚੈਂਪੀਅਨਸ਼ਿਪ ਤੇ ਉਹ ਤੋਂ ਬਾਅਦ ਮੇਰੀ ਹੈ ਕਾਮਨਵੈਲਥ ਗੇਮਸ। ਤਾਂ ਮੇਰਾ ਏਮ ਹੋਊਗਾ ਕਿ ਹਾਂ ਉਹਨਾਂ 'ਚ 골ਡ ਲੈਣਾ ਤੇ ਉਹ ਤੋਂ ਬਾਅਦ 올림픽ਸ ਦੀ ਸਿਲੈਕਸ਼ਨ ਲਈ ਹੋਰ ਟਾਰਗੇਟਸ ਅਚੀਵ ਕਰਨਾ। ਬਟਾਲਾ ਨੇੜਲੇ ਪਿੰਡ ਘਣੀਏ ਦੇ ਬਾਂਗੜੂ ਵਿੱਚ ਅੱਜ ਇੱਕ ਪਿੰਡ ਦੇ ਹੀ ਵਿਅਕਤੀ ਵੱਲੋਂ ਗੁਟਕਾ ਸਾਹਿਬ ਦੇ ਅੰਗ ਫਾੜ ਕੇ ਪਿੰਡ ਦੇ ਬੱਚਿਆਂ ਨੂੰ ਵੰਡ ਦਿੱਤੇ ਗਏ। ਜਿਵੇਂ ਹੀ ਪਿੰਡ ਵਿੱਚ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਰੋਸ ਦੀ ਲਹਿਰ ਦੌੜ ਗਈ। ਪਿੰਡ ਵਾਲੇ ਹੁਣ ਇਨਸਾਫ ਦੀ ਮੰਗ ਕਰ ਰਹੇ ਹਨ। ਅੱਜ ਸਾਡੇ ਪਿੰਡ ਤਲਵੰਡੀ ਭਾਰਤ ਥਾਣਾ ਘਣੀਕੇ ਵਾਂਗਰ ਜੋ ਵਾਕਿਆ 8:30 ਵਜੇ ਸਾਡੇ ਪਿੰਡ ਦਾ ਜਗਤਾਰ ਸਿੰਘ ਬਾਊ ਮਹਿਰਾ ਸਿੱਖ, ਜਿਸ ਨੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ, ਪੱਤਰੇ ਪਾੜ ਕੇ ਗਲੀ 'ਚ ਸੁੱਟੇ, ਨਿਆਣਿਆਂ ਨੂੰ ਵੰਡੇ। ਉਹਦਾ ਇੱਕ ਪੱਤਰਾ ਸਾਹਿਬ ਸਾਡੇ ਮਿਲਿਆ ਸਾਨੂੰ, ਅਸੀਂ ਪ੍ਰਸ਼ਾਸਨ ਤੱਕ ਦੂਜਾ ਸਤਿਕਾਰ ਕਮੇਟੀ ਤੱਕ ਪਹੁੰਚ ਕੀਤੀ ਤੇ ਹੁਣ ਅਸੀਂ ਥਾਣੇ ਆਏ ਹਾਂ। ਉਸ ਬੰਦੇ ਨੂੰ ਅਸੀਂ ਫੜ ਕੇ ਥਾਣੇ ਪ੍ਰਸ਼ਾਸਨ ਨੂੰ ਦਿੱਤਾ ਵਾ। ਦੇਖੋ ਪੁਲਿਸ ਕੀ ਕਾਰਵਾਈ ਕਰਦੀ ਆ, ਤੇ ਪੁਲਿਸ ਨੇ ਨਾ ਕਾਰਵਾਈ ਕੀਤੀ ਕੋਈ ਤੇ ਅਸੀਂ ਗੁਰਦੁਆਰਾ ਸਾਹਿਬ ਦੀਆਂ ਚਾਬੀਆਂ ਪੁਲਿਸ ਥਾਣੇ ਦੇ ਜਾਣੀਆਂ। ਕਹਿ ਰਹੇ ਨੇ ਕੋਈ ਮੈਂਟਲੀ ਅਪਸੈਟ ਹੈ ਇਹਨਾਂ ਨਹੀਂ ਜਿੰਨਾ ਕਿ ਮੈਂ ਕਹਿ ਰਿਹਾ, ਜਦੋਂ ਗੁਰੂ ਸਾਹਿਬ ਦੀ ਬੇਅਦਬੀ ਹੋ ਗਈ ਉਦੋਂ ਮੈਂਟਲੀ ਹੈ, ਜਦੋਂ ਲੋਕਾਂ ਨੂੰ ਗਾਲਾਂ ਕੱਢਦਾ ਜਾਂ ਸਟੇਜਾਂ ਤੇ ਪ੍ਰਚਾਰ ਕਰਦਾ ਵਾ ਪਾਰਟੀਆਂ ਦਾ, ਉਦੋਂ ਮੈਂਟਲੀ ਨਹੀਂ ਹੈ। ਮੇਰਾ ਨਾਮ ਵਰਿੰਦਰਪਾਲ ਸਿੰਘ, ਮੇਰੀ ਦੁਕਾਨ 'ਚ ਬੈਠਾ, ਮੈਂ ਉੱਥੋਂ ਲੰਘਦਾ ਗਿਆ ਵਾ, ਇਹਨੇ ਕਿੰਨੇ ਬੜੇ ਹੱਥ ਦੇ ਵਿੱਚ ਫੜੇ ਆ ਤੇ ਮੈਨੂੰ ਇੰਨੀ ਗੱਲ ਇਹਨੇ ਆਖੀ ਵੀ ਤੇਰੇ ਤੇ ਅੱਜ ਪਰਚਾ ਕਰਾ ਦੇਣਾ। ਕਿਸ ਦੇ ਸੀ ਉਹ ਪੱਤਰੇ ਜਿਹੜੇ ਹੱਥ 'ਚ ਫੜੇ ਸੀ? ਗੁਰਕਾ ਸਾਹਿਬ ਦੇ। ਕੀ ਪਤਾ ਲੱਗਾ ਵਾ ਕੀ ਹੋਇਆ ਜੇ ਵਾਕਿਆ ਤਲਵੰਡੀ ਭਾਰਤ ਹੋਇਆ? ਇਹਨਾਂ ਦਾ ਜੀ ਬਿਲਕੁਲ ਹਲੇ ਕਰ ਰਹੇ ਆ ਜਾਂਚ, ਬਿਆਨ ਦੇਣ ਆ ਰਿਹਾ ਬੰਦਾ, ਜਿਹਨੇ ਦਿੱਤਾ ਜਦੋਂ ਉਹਦੇ ਬਿਆਨ ਹੋਣਗੇ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ਕਰਾਂਗੇ। ਸਰ ਜਿਹਨੇ ਇਹ ਕਾਰਵਾਈ ਕੀਤੀ ਹੈ ਉਹ ਤੁਹਾਡੀ ਕਸਟਡੀ 'ਚ ਹੈ ਤੇ ਕੀ ਹੁਣ ਪੁੱਛਗਿੱਛ ਮੁੱਢਲੀ ਕੀਤੀ ਗਈ ਹੈ? ਨਹੀਂ ਹਾਲੇ ਜੀ ਕਸਟਡੀ 'ਚ ਕੋਈ ਨਹੀਂ, ਹਾਲੇ ਉਹਨੂੰ ਲਿਆ ਕੇ ਸ਼ਾਮਲ ਤਫਤੀਸ਼ ਕਰਾਂਗੇ, ਜਦੋਂ ਬਿਆਨ ਹੋਣਗੇ ਉਸ ਤੋਂ ਬਾਅਦ ਕਾਰਵਾਈ ਹੋਊਗੀ। ਸਰ ਪਿੰਡ ਵਾਲੇ ਕਹਿ ਰਿਹਾ ਅਸੀਂ ਖੁਦ ਜਿਹੜਾ ਉਹਨਾਂ ਨੂੰ ਆਪਣਾ ਕਸਟਡੀ 'ਚ ਦਿੱਤਾ ਹੈ। ਅੱਛਾ ਜੀ, ਕੋਈ ਨਹੀਂ, ਚੈੱਕ ਕਰ ਲੈਂਦੇ। ਜਿੱਤਣ ਤੋਂ ਬਾਅਦ ਅੱਜ ਪਹਿਲੀ ਵਾਰ ਬਤੌਰ ਮੁੱਖ ਮੰਤਰੀ ਭਗਵੰਤ ਮਾਨ ਵਿਧਾਨ ਸਭਾ ਪਹੁੰਚੇ, ਜਿੱਥੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਤੇ ਮੁਲਾਜ਼ਮਾਂ ਨੇ ਮੂੰਹ ਮਿੱਠਾ ਵੀ ਕਰਵਾਇਆ। ਭਗਵੰਤ ਮਾਨ ਨੇ ਮੁੱਖ ਮੰਤਰੀ ਦੀ ਕੁਰਸੀ ਤੇ ਬੈਠ ਕੇ ਪਹਿਲੇ ਦਸਤਖਤ ਕੀਤੇ। ਆਮ ਆਦਮੀ ਪਾਰਟੀ ਦੇ ਵਿਧਾਇਕ ਲੋਕਾਂ ਦੀ ਵਾਵਾ ਖੱਟਣ ਲਈ ਨਵੇਂ-ਨਵੇਂ ਕੰਮ ਕਰ ਰਹੇ ਹਨ। ਗੱਲ ਕਰਦੇ ਹਾਂ ਨਾਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੇਵ ਮਾਨ ਦੀ, ਜਿਹੜੇ ਨਾਭਾ ਤੋਂ ਸਾਈਕਲ ਚਲਾ ਕੇ ਚੰਡੀਗੜ੍ਹ ਪੰਜਾਬ ਵਿਧਾਨ ਸਭਾ ਪਹੁੰਚੇ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਗੁਰਦੇਵ ਸਿੰਘ ਦੇਵ ਮਾਨ
MLA ਵਿਧਾਨ ਸਭਾ ਨਾਭਾ। ਅੱਜ ਮੇਰੇ ਲਈ ਬਹੁਤ ਵੱਡਾ ਦਿਨ ਹੈ ਕਿ ਅੱਜ ਪਹਿਲੀ ਵਾਰ ਵਿਧਾਨ ਸਭਾ ਦੇ ਵਿੱਚ ਜਾ ਰਹੇ ਹਾਂ। ਅੱਜ ਸਹੁੰ ਚੱਕਣੀ ਹੈ ਔਰ ਪੰਜਾਬ ਦੇ ਉਹ ਡਿਵੈਲਪਮੈਂਟ ਦੇ ਕੰਮ, ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ, ਉਹਦੀ ਸ਼ੁਰੂਆਤ ਕੱਲ੍ਹ ਭਗਵੰਤ ਮਾਨ ਸਾਹਿਬ ਹੋਰਾਂ ਨੂੰ ਵੱਲੋਂ ਸਹੁੰ ਚੱਕ ਕੇ ਕਰ ਦਿੱਤੀ ਗਈ ਹੈ ਤੇ ਮੈਂ ਸਭ ਨੂੰ ਬੇਨਤੀ ਕਰਦਾ ਕਿ ਆਓ ਮਿਲ ਕੇ ਅਰਦਾਸ ਕਰੀਏ। ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਹੈ। ਉਹਨਾਂ ਨੇ ਚਿੱਠੀ ਵਿੱਚ ਟਵੀਟ ਵੀ ਕੀਤਾ ਹੈ। ਉਹਨਾਂ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਮੇਰੀ ਸਾਬਕਾ MLA ਦੇ ਤੌਰ ਤੇ ਮੇਰੀ ਬਣਦੀ ਪੈਨਸ਼ਨ ਲੋਕਾਂ ਦੇ ਹਿੱਤਾਂ ਲਈ ਵਰਤੀ ਜਾਵੇ ਤੇ ਮੈਨੂੰ ਇਹ ਪੈਨਸ਼ਨ ਨਾ ਭੇਜੀ ਜਾਵੇ। ਸ਼੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਮੂੜ ਹੋਈ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਤੇ ਚੌਕਸ ਸੇਵਾਦਾਰਾਂ ਵੱਲੋਂ ਮੌਕੇ ਤੇ ਬੇਅਦਬੀ ਹੋਣ ਤੋਂ ਰੋਕਿਆ ਗਿਆ। ਜ਼ਿਕਰਯੋਗ ਹੈ ਕਿ ਦੇਰ ਰਾਤ ਸ਼੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਬੀੜੀ ਪੀਣ ਦੀ ਕੋਸ਼ਿਸ਼ ਕਰਦੀ ਬਿਹਾਰੀ ਔਰਤ ਕਾਬੂ ਕੀਤੀ ਗਈ। ਪੁੱਛਗਿੱਛ ਤੋਂ ਬਾਅਦ ਉਸ ਦੇ ਬਣਦੀ ਕਾਰਵਾਈ ਲਈ ਪੁਲਿਸ ਦੇ ਹਵਾਲੇ ਵੀ ਕੀਤਾ ਗਿਆ। ਹੋ ਸਕਦਾ ਹੈ ਕਿ ਬਿਹਾਰ ਨਾਲ ਸੰਬੰਧਿਤ ਔਰਤ ਮਰਿਆਦਾ ਤੋਂ ਅਣਜਾਣ ਹੋਵੇ। ਪਿਛਲੇ ਦਿਨੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰਾਤ ਨੂੰ 13 ਤੇ 14 ਦੀ ਜਿਹੜੀ ਦਰਮਿਆਨੀ ਰਾਤ ਆ, ਪਰਿਕਰਮਾ ਦੇ ਵਿਖੇ ਇੱਕ ਬਿਹਾਰੀ ਔਰਤ ਜਿਸ ਦੇ ਨਾਲ 2 ਬੱਚੇ ਵੀ ਸੀ, ਉਸ ਵੱਲੋਂ ਇੱਕ ਬੀੜੀ ਪੀਣ ਦੀ ਕੋਸ਼ਿਸ਼ ਕੀਤੀ ਗਈ। ਉਸ ਵਕਤ ਸਾਡਾ ਇੱਕ ਸਟਾਫ ਮੈਂਬਰ ਜਿਹੜਾ ਰਾਤ ਦੀ ਡਿਊਟੀ ਨਿਭਾਉਂਦਾ, ਕਿਉਂਕਿ ਜਿਹੜਾ ਆਮ ਸਿੱਖ ਯਾਤਰੂਆਂ ਦਾ ਜਾਂ ਕੋਈ ਵੀ ਉੱਥੇ ਯਾਤਰੂ ਪਰਿਕਰਮਾ ਦੇ ਵਿੱਚ ਸੌਂਦਾ, ਉਹਨਾਂ ਦੀ ਨਜ਼ਰਸਾਨੀ ਕਰਨ ਵਾਸਤੇ ਕੋਈ ਕਿਸੇ ਦੀ ਜੇਬ ਨਾ ਕੱਟ ਲਵੇ, ਕਿਸੇ ਦਾ ਪਰਸ ਚੋਰੀ ਨਾ ਕਰ ਲਵੇ, ਉਹ ਆਪਣੀ ਪੂਰੀ ਨਿਗਰਾਨੀ ਰੱਖਦੇ। ਦੇਰ ਰਾਤ ਤੱਕ ਉਹ ਸਾਰਾ ਜਾਗਦੇ ਰਹਿੰਦੇ ਆ। ਸਾਡਾ ਮੁਲਾਜ਼ਮ ਜਦੋਂ ਉਸ ਪਰਿਕਰਮਾ ਦੇ ਵਿੱਚ ਦੀ ਲੰਘ ਰਿਹਾ ਸੀ ਤਾਂ ਉਹਨੂੰ ਇੱਕ ਸ਼ੱਕ ਪੈ ਗਿਆ ਕਿ ਔਰਤ ਵੀ ਬੀੜੀ ਪੀਣ ਦੀ ਕੋਸ਼ਿਸ਼ ਕਰ ਰਹੀ ਆ। ਉਹਨੇ ਮੌਕੇ 'ਤੇ ਉਹਨੂੰ ਝਪਟ ਲਿਆ ਔਰ ਉਹਨੂੰ ਫੜ ਲਿਆ। ਉਹਨੂੰ ਫੜਨ ਤੋਂ ਬਾਅਦ ਫਿਰ ਉਹਨੂੰ 50 ਨੰਬਰ ਕਮਰੇ ਦੇ ਵਿੱਚ ਲੈ ਕੇ ਉਹਨੂੰ ਪੁੱਛਤਾਛ ਕੀਤੀ ਗਈ ਵੀ ਤੂੰ ਇਹ ਹਰਕਤ ਕਿਉਂ ਕੀਤੀ ਗਈ ਹੈ। ਇੱਥੇ ਇਹ ਵੀ ਗੱਲ ਕਹੀ ਜਾ ਸਕਦੀ ਆ, ਕਿਉਂਕਿ ਜਿਹੜੇ ਬਿਹਾਰੀ ਲੋਕ ਨੇ ਜਾਂ ਬਾਹਰ ਦੇ ਲੋਕ ਨੇ, ਉਹਨਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਰਜ਼ਾਦਾ ਦਾ ਨਹੀਂ ਪਤਾ ਹੁੰਦਾ। ਚਲੋ ਫਿਰ ਵੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਸੀ, ਉਹਦੇ ਖਿਲਾਫ ਕਾਰਵਾਈ ਕੀਤੀ, ਉਹਨੂੰ ਪੁੱਛਤਾਛ ਵੀ ਕੀਤੀ ਗਈ। ਫਿਰ ਉਹਨੂੰ ਪ੍ਰਸ਼ਾਸਨ ਨੂੰ ਦਿੱਤਾ ਗਿਆ, ਫਿਰ ਉਹਨੂੰ ਪੁਲਿਸ ਥਾਣੇ ਵੀ ਅਰੈਸਟ ਕਰ ਲਿਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀ ਘਟਨਾ ਦੀ ਜਿਹੜੀ ਪੜਤਾਲ ਆ ਉਹ ਆਪਣੀ ਫਲਾਇੰਗ ਡਿਪਾਰਟਮੈਂਟ ਦੇ ਵੱਲੋਂ ਕਰਵਾਈ ਜਾ ਰਹੀ ਹੈ। ਜੋ ਉਹਦੇ ਖਿਲਾਫ ਬਣਦੀ ਕਾਰਵਾਈ ਸੀ ਉਹ ਕੀਤੀ ਆ, ਜੋ ਅੱਗੇ ਬਣਦੀ ਕਾਰਵਾਈ ਉਹ ਵੀ ਕਰਾਂਗੇ। ਕੁਛ ਕੁ ਲੋਕਾਂ ਵੱਲੋਂ ਹੋਰ ਤਰੀਕੇ ਨਾਲ ਤੋਲ ਦੇ ਕੇ ਇਹਨੂੰ ਉਛਾਲਿਆ ਜਾ ਰਿਹਾ, ਪਰ ਸ਼੍ਰੋਮਣੀ ਕਮੇਟੀ ਆਪਣੇ ਫਰਜ਼ਾਂ ਦੀ ਪੂਰਤੀ ਕਰਦੀ ਆ। ਪਹਿਲਾਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਆ, ਹੁਣ ਹੋਰ ਸਖਤ ਪ੍ਰਬੰਧ ਕੀਤੇ ਗਏ ਆ। ਮੈਂ ਸਗੋਂ ਉਹਨਾਂ ਵੀਰਾਂ ਨੂੰ ਵੀ ਬੇਨਤੀ ਕਰਦਾ ਕਿ ਸਾਡੇ ਪ੍ਰਬੰਧ ਦੇ ਵਿੱਚ ਨਜਾਇਜ਼ ਦਖਲਅੰਦਾਜ਼ੀ ਦੀ ਬਜਾਏ ਸਾਡਾ ਸਹਿਯੋਗ ਦੇਣ, ਜਿੱਥੇ ਇਹੋ ਜਿਹੀ ਘਟਨਾਕ੍ਰਮ ਉਹਨੂੰ ਰੋਕਿਆ ਜਾਵੇ। ਔਰ ਮੈਂ ਸਾਰੀਆਂ ਸਿੱਖ ਸੰਗਤਾਂ ਨੂੰ ਅਪੀਲ ਕਰਦਾ ਕਿ ਸਾਡਾ ਇਸ ਪ੍ਰਬੰਧ ਦੇ ਵਿੱਚ ਹਰ ਤਰ੍ਹਾਂ ਸਹਿਯੋਗ ਦਿੱਤਾ ਜਾਵੇ ਤੇ ਸ਼੍ਰੋਮਣੀ ਕਮੇਟੀ ਨੂੰ ਨਿੰਦਣ ਦੀ ਬਜਾਏ ਉਹਦੇ ਹਾਮੀ ਬਣਨਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡਾ ਐਲਾਨ ਕਰਦੇ ਹੋਏ ਕਿਹਾ ਹੈ ਕਿ 23 ਮਾਰਚ ਨੂੰ ਐਂਟੀ ਕਰਪਸ਼ਨ ਹੈਲਪਲਾਈਨ ਨੰਬਰ ਜਾਰੀ ਹੋਵੇਗਾ। ਇਸ ਦੌਰਾਨ ਉਹਨਾਂ ਨੇ ਕਿਹਾ ਹੈ ਕਿ ਇਹ ਹੈਲਪਲਾਈਨ ਨੰਬਰ ਮੇਰਾ ਆਪਣਾ ਪਰਸਨਲ WhatsApp ਨੰਬਰ ਹੋਵੇਗਾ। ਮਾਨ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕੋਈ ਰਿਸ਼ਵਤ ਮੰਗਦਾ ਹੈ ਤਾਂ ਉਸ ਦੀ ਵੀਡੀਓ ਜਾਂ ਆਡੀਓ ਬਣਾ ਕੇ ਮੈਨੂੰ ਭੇਜੋ ਤੇ ਉਸ ਦੀ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ 1% ਮੁਲਾਜ਼ਮ ਗਲਤ ਤੇ ਬੇਈਮਾਨ ਹਨ। ਮੈਂ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਦੀ ਬਦਨਾਮੀ ਨਹੀਂ ਹੋਣ ਦੇਣੀ। ਭ੍ਰਿਸ਼ਟਾਚਾਰ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਸਿਰਫ ਆਮ ਆਦਮੀ ਪਾਰਟੀ ਦਿੱਲੀ ਸਰਕਾਰ ਹੀ ਕਰ ਸਕਦੀ ਹੈ। ਮੁੱਖ ਮੰਤਰੀ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਆਮ ਆਦਮੀ ਪਾਰਟੀ ਨੂੰ ਭ੍ਰਿਸ਼ਟਾਚਾਰ ਦੇ ਪੈਸੇ ਦੀ ਲੋੜ ਨਹੀਂ। ਅਸੀਂ ਪੂਰੀ ਭ੍ਰਿਸ਼ਟਾਚਾਰ ਪ੍ਰਣਾਲੀ ਨੂੰ ਰੋਕਾਂਗੇ ਤੇ ਕਿਸੇ ਵੀ ਅਧਿਕਾਰੀ ਨੂੰ ਉੱਪਰੋਂ ਕਾਲ ਨਹੀਂ ਆਵੇਗੀ। ਦੋਸਤੋ, ਇਹ ਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ। ਰੱਬ ਰਾਖਾ।